ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜ਼ਾਹਰਾ ਜੋਤ ਸ਼ਬਦ ਗੁਰ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਅਤੇ ਪਾਵਨ ਅੰਮ੍ਰਿਤਮਈ ਗੋਦ ਵਿੱਚ ਬੜੇ ਹੀ ਪ੍ਰੇਮ ਨਾਲ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਜੁੜ ਬੈਠੇ ਹੋ। ਆਓ ਇਸ ਸਮੇਂ ਨੂੰ ਗੁਰੂ ਉਪਦੇਸ਼ ਦੁਆਰਾ ਸਫਲਾ ਬਣਾਈਏ। ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਰਾਜੇ ਸ਼ਿਵਨਾਭ ਨੂੰ ਅਗੰਮੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਦੋ ਰਸਤੇ ਨੇ, ਇੱਕ ਸਾਧੂਆਂ ਦਾ ਪੰਥ, ਦੂਜਾ ਹੈ ਧਾਰਮਿਕ ਸ਼ਾਸਤਰ, ਜਿਸ ਵਿੱਚ ਉਹ ਸਾਹਿਬਾਂ ਨੇ ਦੱਸਿਆ 8 ਪ੍ਰਕਾਰ ਯੋਗ ਹੈ। ਉਸ ਯੋਗ ਦੇ ਅੰਗਾਂ ਦੇ ਵਿੱਚੋਂ ਪਹਿਲਾ ਅੰਗ ਹੈ ਯਮ। ਯਮ ਹੈ 10 ਪ੍ਰਕਾਰ ਦਾ। ਮਨ ਵਿੱਚ ਕਿਸੇ ਦਾ ਬੁਰਾ ਨਹੀਂ ਰੱਖਣਾ, ਜ਼ੁਬਾਨ ਤੋਂ ਕਦੇ ਵੀ ਫੀਕਾ ਬੋਲ ਨਹੀਂ ਬੋਲਣਾ, ਕਿਸੇ ਤੇ ਅਤਿਆਚਾਰ ਨਹੀਂ ਕਰਨਾ। ਬੜੇ ਵਿਸਥਾਰ ਸਹਿਤ ਆਪ ਜੀ ਨੇ ਇਹਨਾਂ ਗੁਣਾਂ ਨੂੰ ਸਰਵਣ ਕੀਤਾ ਹੈ। ਇਹ ਗੁਣ ਜੋ ਸਤਿਗੁਰ ਜੀ ਦੱਸ ਰਹੇ ਨੇ ਇੱਕ ਸੋਹਣੇ ਇਨਸਾਨ ਦੇ ਗੁਣ ਨੇ। ਜਦ ਕਿਸੇ ਵੀ ਸ਼ਖਸ ਦੇ ਵਿੱਚ ਇਹ ਗੁਣ ਪਾਏ ਜਾਂਦੇ ਨੇ ਉਹ ਰੱਬ ਵਰਗਾ ਹੋ ਜਾਂਦਾ ਹੈ। ਇਹ ਜਿੰਨੇ ਵੀ ਗੁਣਾਂ ਦਾ ਵਿਸਥਾਰ ਆਪ ਜੀ ਨੇ ਕੱਲ੍ਹ ਸੁਣਿਆ, ਅੱਜ ਸੁਣਾਂਗੇ, ਇਹ ਸਾਰੇ ਪਰਮਾਤਮਾ ਦੇ ਆਪਣੇ ਗੁਣ ਨੇ। ਜਿਨ੍ਹਾਂ ਜਿਨ੍ਹਾਂ ਨੇ ਧਾਰਨ ਕੀਤਾ ਹੈ ਉਹਨਾਂ ਨੂੰ ਕਿਹਾ ਜਾ ਸਕਦਾ ਇਹ ਰੱਬ ਵਰਗੇ ਨੇ। ਬੜੇ ਵੱਡੇ ਭਾਗ ਨੇ ਆਪਣੇ ਜਿਨ੍ਹਾਂ ਨੂੰ ਇਹ ਸਭ ਕੁਝ ਸਰਵਣ ਕਰਨ ਦਾ ਮੌਕਾ ਮਿਲ ਰਿਹਾ ਹੈ। ਕਲਯੁਗ ਦੇ ਭਿਆਨਕ ਦੌਰ ਵਿੱਚ ਕਿਸੇ ਕੋਲ ਸਮਾਂ ਨਹੀਂ। ਹਰ ਵਿਅਕਤੀ ਸਮੇਂ ਦੀ ਰਫ਼ਤਾਰ ਵਿੱਚ ਦੌੜਿਆ ਫਿਰਦਾ ਹੈ। ਆਓ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ, ਪਾਓ ਪ੍ਰੇਮ ਦੀ ਸਾਂਝ। ਆਸੀਸ ਬਖਸ਼ੋ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇੱਕ ਬੋਲ ਦੁਖਾਏ ਹਣਾਵੇ, ਹਿੰਸਾ ਬਚਨਨ ਕੀ ਕਹਿਲਾਵੇ। ਕੱਲ ਆਪ ਜੀ ਨੇ ਸਰਵਣ ਕੀਤਾ ਸੀ। ਭਾਈ ਬਾਲਾ ਜੀ ਹੂਬਹੂ ਉਹੀ ਕੁਝ ਬਿਆਨ ਕਰ ਰਹੇ ਨੇ ਜੋ ਉਹਨਾਂ ਨੇ ਅੱਖੀ ਵੇਖਿਆ ਤੇ ਕੰਨੀ ਸੁਣਿਆ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਕਥਾ ਦੇ ਵਿੱਚ ਲਾ ਕੇ ਚੌਂਕੜਾ ਬੜੇ ਆਨੰਦਿਤ ਬੈਠੇ ਨੇ। ਯਮ ਇੱਕ ਅੰਗ ਹੈ ਯੋਗ ਦਾ। ਯਮ, ਨੇਮ, ਪ੍ਰਾਣਾਯਾਮ, ਸਮਾਧੀ, ਸਾਧਨਾ, ਇਕਾਂਤ ਦੇਸ਼, ਇਹਨਾਂ ਸਾਰਿਆਂ ਦੇ ਵਿੱਚੋਂ ਪਹਿਲੇ ਯਮ ਦੇ ਕੁਝ ਗੁਣ ਦੱਸੇ ਜਾ ਰਹੇ ਨੇ ਵੀ ਇਸ ਯਮ ਦੇ ਵਿੱਚ ਕਿੰਨੇ ਪ੍ਰਕਾਰ ਦੇ ਰੂਪ ਹਨ। ਕਹਿੰਦੇ ਕਦੇ ਵੀ ਕਿਸੇ ਨੂੰ ਫੀਕਾ ਬੋਲ ਕੇ ਦਿਲ ਨਹੀਂ ਦੁਖਾਉਣਾ। ਫੀਕਾ ਬੋਲ ਵਿਗੂਚਣਾ ਸੁਨ ਮੂਰਖਿਆ ਜਾਣ। ਸਤਿਗੁਰ ਕਹਿੰਦੇ ਮੂਰਖਾਂ ਦੀ ਨਿਸ਼ਾਨੀ ਹੈ ਉਹ ਸਦਾ ਕੌੜਾ ਬੋਲਦੇ ਨੇ, ਫਿੱਕੇ ਸ਼ਬਦ ਬੋਲਦੇ ਨੇ। ਮਿੱਠਾ ਬੋਲਣਾ
ਰੱਬ ਦੇ ਪਿਆਰਿਆਂ ਦੀ ਨਿਸ਼ਾਨੀ ਹੈ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਜਿਹਨੇ ਜਿਹਨੇ ਫਿੱਕਾ ਬੋਲਿਆ ਕਹਿੰਦੇ ਮਨ ਅਤੇ ਤਨ ਵੀ ਫਿੱਕਾ ਹੋ ਜਾਂਦਾ ਹੈ। ਕਹਿੰਦੇ ਇਹ ਇੱਕ ਅਹਿੰਸਾ ਹੈ। ਹਿੰਸਾ ਕਹਿੰਦੇ ਆ ਮਾਰ ਦੇਣਾ, ਅਹਿੰਸਾ ਕਹਿੰਦੇ ਆ ਮਾਰਨਾ ਨਹੀਂ, ਬਚਾ ਲੈਣਾ। ਜਦ ਜਦ ਕਿਤੇ ਕੋਈ ਧੜਾ ਲੜਦਾ ਲੋਕੀ ਕਹਿੰਦੇ ਫਲਾਣਾ ਧੜਾ ਹਿੰਸਕ ਹੋ ਗਿਆ, ਮਾਰ ਧਾੜ ਤੇ ਉਤਰ ਆਇਆ। ਪਰ ਇੱਕ ਉਹ ਸੀ ਜਿਹੜਾ ਸ਼ਾਂਤੀ ਦੂਤ ਬਣ ਕੇ ਆਇਆ, ਉਹ ਅਹਿੰਸਾ ਮੰਗਦਾ ਵੀ ਸ਼ਾਂਤੀ ਦਿਓ, ਸ਼ਾਂਤੀ ਰੱਖੋ, ਲੜੋ ਨਾ। ਮਨ ਕਰਕੇ ਕਿਸੇ ਦਾ ਬੁਰਾ ਨਹੀਂ ਸੋਚਣਾ, ਜ਼ੁਬਾਨ ਤੋਂ ਕਿਸੇ ਨੂੰ ਮਾੜਾ ਬੋਲਣਾ ਨਹੀਂ। ਜੀ ਮਾਰਨ ਜੀਵਨ ਕੇਰੀ, ਤਿਆਗੈ ਇਨ ਕੋ ਹੈ ਬਿਨ ਦੇਰੀ। ਬਿਨਾਂ ਦੇਰੀ ਛੱਡ ਦਿਓ, ਕਹਿੰਦੇ ਜੀਵਾਂ ਦੀ ਹੱਤਿਆ ਕਰਨੀ। ਇਹ ਤੀਜਾ ਹੈ। ਮਨ ਕਰਕੇ ਬੁਰਾ ਨਹੀਂ ਸੋਚਣਾ, ਜ਼ੁਬਾਨ ਕਰਕੇ ਫਿੱਕਾ ਨਹੀਂ ਬੋਲਣਾ, ਤਨ ਕਰਕੇ ਜਿਹੜੀ ਤਨ ਦੀ ਅਹਿੰਸਾ ਹੈ ਉਹ ਕਹਿੰਦੇ ਇਹ ਰੱਖ ਲੈ, ਕਦੇ ਜੀਵਾਂ ਤੇ ਅਤਿਆਚਾਰ ਨਹੀਂ ਕਰਨਾ। ਪਸ਼ੂ ਪਕਸ਼ੀ ਫੁੱਲ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੇ ਵਿੱਚ ਪਰਮਾਤਮਾ ਜੀ ਆਪ ਵਸਦੇ ਨੇ, ਕਦੇ ਨੁਕਸਾਨ ਨਹੀਂ ਕਰਨਾ। ਹੱਤਿਆ ਹੱਤਿਆ ਹੈ, ਭਾਵੇਂ ਕੀੜੀ ਮਾਰ ਦਿਓ ਭਾਵੇਂ ਬੰਦਾ ਮਾਰ ਦਿਓ, ਰੂਹ ਤੇ ਸਾਰਿਆਂ 'ਚ ਹੈ। ਜਦੋਂ ਕਹਿੰਦੇ ਕੋਈ ਰੱਬ ਦੇ ਰਾਹ ਨਾਲ ਜੁੜ ਜਾਂਦਾ ਹੈ, ਉਹ ਕੁਦਰਤ ਨਾਲ ਪਿਆਰ ਕਰਦਾ ਹੈ। ਕੁਦਰਤ ਨਾਲ ਪਿਆਰ ਇਕੱਲਾ ਦਰਖਤਾਂ ਨਾਲ ਪਿਆਰ ਨਹੀਂ, ਜੰਗਲਾਂ ਵਿੱਚ ਵੱਸਦੇ ਜੀਵ, ਉੱਡਣ ਵਾਲੇ ਪਰਿੰਦੇ, ਅਸੀਂ ਇਹਨਾਂ ਨੂੰ ਕੁਦਰਤ ਤੋਂ ਬਾਹਰ ਰੱਖੀ ਫਿਰਦੇ ਹਾਂ। ਬੰਦਗੀ ਵਾਲੇ ਰੱਬ ਦੇ ਪਿਆਰੇ ਅਹਿੰਸਾ ਕਰਦੇ ਨੇ। ਇਸੇ ਕਰਕੇ ਸਾਧੂਆਂ ਦੇ ਕੋਲ ਸੱਪ ਵੀ ਆ ਜਾਂਦੇ ਆ, ਸ਼ੇਰ ਵੀ ਆਉਂਦੇ, ਪਰ ਕਹਿੰਦੇ ਕੁਛ ਨਹੀਂ। ਤੇ ਅਸੀਂ ਸਾਨੂੰ ਵੇਖ ਕੇ ਉਹ ਭੱਜਦੇ, ਸੱਪ ਨੂੰ ਖਤਰਾ ਕਿਤੇ ਇਹ ਨਾ ਮਾਰ ਦੇ, ਤੇ ਸਾਨੂੰ ਖਤਰਾ ਕਿਤੇ ਸੱਪ ਨਾ ਡੰਗ ਲਏ। ਜ਼ਹਿਰ ਕੀ 'ਚ ਜ਼ਿਆਦੇ ਹੈ? ਇੰਨਾ ਸੱਪ 'ਚ ਜ਼ਹਿਰ ਨਹੀਂ ਜਿੰਨਾ ਬੰਦੇ ਵਿੱਚ ਜ਼ਹਿਰ ਹੈ। ਜਿੰਨਾ ਮਾੜਾ ਕਿਸੇ ਬਾਰੇ ਮਨੁੱਖ ਸੋਚ ਸਕਦਾ ਨਾ, ਸੱਪ ਨਹੀਂ ਸੋਚਦਾ। ਉਹਦਾ ਤੇ ਸਿੱਧਾ ਫੰਡਾ ਹੈ, ਕੋਈ ਪੂਛ ਤੇ ਪੈਰ ਰੱਖੇਗਾ ਤੇ ਵੇਖੀ ਜਾਊ। ਤੇ ਸਾਡੀ ਤੇ ਕੋਈ ਪੂਛ ਦੱਬੇ ਵੀ ਨਾ, ਮਾੜਾ ਕਹੇ ਵੀ ਨਾ। ਕੋਈ ਅਸੀਂ ਤੇ ਕਦੇ ਜ਼ਿੰਦਗੀ ਦੇ ਵਿੱਚ ਚਾਹ ਕੇ ਵੀ ਕਿਸੇ ਦਾ ਚੰਗਾ ਨਹੀਂ ਸੋਚਿਆ। ਜੇ ਕਿਤੇ ਕਰ ਵੀ ਦਿੱਤਾ ਭੁੱਲ ਭੁਲੇਖੇ, ਉਹਨੂੰ ਸਾਰੀ ਜ਼ਿੰਦਗੀ ਗਾਉਂਦੇ ਰਹਿਣਾ ਜਦੋਂ ਤੱਕ ਅਗਲਾ ਗਾਲਾਂ ਨਾ ਕੱਢੇ ਵੀ ਜੇ ਤੂੰ ਮੇਰਾ ਚੰਗਾ ਕੀਤਾ ਤੇ ਫਿਰ ਕੀ ਕਰ ਦਿਆਂ ਤੇਰਾ ਮੈਂ, ਮੁੱਲ ਖਰੀਦ ਲਿਆ। ਫਿਰ ਇੱਥੇ ਤੱਕ ਜਾਂਦੇ ਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਾ ਸ਼ਿਵਨਾਭ ਤਨ ਦੀ, ਮਨ ਦੀ ਅਤੇ ਧਨ ਦੀ ਅਹਿੰਸਾ ਜੀਵਨ ਵਿੱਚ ਧਾਰ ਕੇ ਰੱਖਣੀ ਹੈ। ਦੁਤੀਏ ਸੱਚ ਉਚਰਨ ਨਿਰਭੈ। ਦੂਜਾ ਗੁਣ, ਪਹਿਲਾ ਸੀ ਅਹਿੰਸਾ ਤੇ ਦੂਜਾ ਸੀ ਸੱਚ। ਕਹਿੰਦੇ ਹਮੇਸ਼ਾ ਸੱਚ ਬੋਲਣਾ ਹੈ। ਸੱਚ, ਹੁਣ ਸੱਚ ਦੀ ਬੜੀ ਵੱਡੀ ਪ੍ਰੋਬਲਮ ਹੈ। ਜਿਹਨੂੰ ਮਰਜ਼ੀ ਛੇੜ ਕੇ ਵੇਖੋ, ਕਹਿੰਦਾ ਜੀ ਮੈਂ ਸੱਚ ਬੋਲੂੰਗਾ, ਸੱਚ ਤੋਂ ਬਿਨਾਂ ਕੁਝ ਵੀ ਨਹੀਂ ਕਹਿੰਦਾ। ਜੇ ਸੱਚ ਦੇ ਨਜ਼ਾਰੇ ਵੇਖਣੇ ਆ, ਇੱਕ ਦਿਨ ਹਾਈ ਕੋਰਟ ਜਾਓ, ਲੋਅਰ ਕੋਰਟ ਜਾਓ, ਦੋਨੇ ਧਿਰਾਂ ਸਹੁੰ ਖਾ ਕੇ ਕਹਿੰਦੀਆਂ ਨੇ ਜੋ ਵੀ ਕਹੂੰਗਾ ਸੱਚ ਕਹੂੰਗਾ, ਸੱਚ ਕੇ ਇਲਾਵਾ ਕੁਝ ਨਹੀਂ ਕਹੂੰਗਾ। ਜਦ ਜੇ ਦੋਨੇ ਸੌਹਾਂ ਖਾਂਦੇ ਆ, ਆਪਣੇ ਆਪਣੇ ਇਸ ਦੀਆਂ ਮਤਲਬ ਦੋਨੇ ਹੀ ਸੱਚੇ ਆ, ਇੱਕ ਤੇ ਝੂਠਾ ਹੈ, ਇੱਕ ਤੇ ਝੂਠ ਬੋਲਦਾ ਹੈ। ਮਰਦ ਕਹਿੰਦੇ ਸਦਾ ਸੱਚ ਬੋਲਣਾ ਹੈ। ਹੁਣ ਸੱਚ ਵੀ ਉਹ ਨਾ ਹੋਵੇ ਜਿਵੇਂ ਇੱਕ ਪ੍ਰਮਾਣ ਆਉਂਦਾ ਨਾ, ਕੋਈ ਸਾਧੂ ਬੈਠਾ ਸੀ ਤਪ ਕਰਦਾ, ਇੱਕ ਰਾਜਾ ਇੱਕ ਗਾਂ ਦੇ ਪਿੱਛੇ ਤੁਰਿਆ ਆਉਂਦਾ ਹੈ, ਕਹਿੰਦਾ ਅੱਜ ਕਤਲ ਕਰਨਾ ਹੈ। ਸਾਧੂ ਬੋਲਿਆ ਨਹੀਂ ਹੈ। ਉਹਨੇ ਆ ਕੇ ਪੁੱਛਿਆ, ਕਹਿੰਦਾ ਮਹਾਂਪੁਰਖੋ ਗਾਂ ਤੇ ਨਹੀਂ ਵੇਖੀ? ਨਾਲੇ ਸਾਧੂ ਨੇ ਵੇਖ ਲਿਆ ਵੀ ਇਹ ਤਲਵਾਰ ਚੁੱਕੀ ਫਿਰਦਾ, ਮਾਰੇਗਾ। ਇਸ਼ਾਰਾ ਕਰਤਾ, ਕਹਿੰਦਾ ਇੱਧਰ ਨੂੰ ਗਈ ਹੈ। ਝੂਠ ਬੋਲਿਆ ਜੀ? ਦੱਸੋ, ਸੱਚ ਬੋਲਿਆ। ਹੁਣ ਸੱਚ ਦੀ ਸਜ਼ਾ ਕੀ ਹੈ? ਉਸ ਸਾਧ ਦੀ ਬਾਂਹ ਕੱਟੀ ਗਈ। ਉਹ ਰੱਬ ਨੂੰ ਲਾਂਭੇ ਦਿੰਦਾ ਫਿਰਦਾ ਹੈ, ਕਹਿੰਦਾ ਸਾਰੀ ਜ਼ਿੰਦਗੀ ਤਪ ਕੀਤਾ, ਬੰਦਗੀ ਕੀਤੀ, ਰੱਬਾ ਤੂੰ ਤੇ ਮੇਰੇ ਸਰੀਰ ਦਾ ਅੰਗ ਕਟਵਾਤਾ। ਉਹ ਆਪਣੀ ਜਾਨ 'ਚ ਕਹਿੰਦਾ ਮੈਂ ਬੋਲਿਆ ਸੱਚ, ਐਸਾ ਸੱਚ ਵੀ ਕੀ ਕਰੂਗਾ। ਤੁਹਾਡਾ ਬੋਲਿਆ ਸੱਚ ਕਿਸੇ ਨੂੰ ਜੇਲ੍ਹ 'ਚ ਕਰਾ ਦੇ, ਤੁਹਾਡਾ ਬੋਲਿਆ ਸੱਚ ਕਿਸੇ ਦਾ ਘਰ ਹੀ ਉਜਾੜ ਦੇ, ਉਹ ਸੱਚ ਨਹੀਂ ਹੈ। ਉਹ ਕਰੂਰਤਾ ਹੈ ਤੁਹਾਡੀ, ਕੱਟੜਤਾ ਹੈ ਤੁਹਾਡੀ। ਵੀ ਮੈਂ ਵੇਖਿਆ ਜੀ ਇਹ ਬੰਦਾ ਇਦਾਂ ਕਰਦਾ, ਤੁਹਾਨੂੰ ਪਤਾ ਸੀ ਵੀ ਜੇ ਇਹ ਬੰਦਾ ਫਸ ਗਿਆ ਤੇ ਇਹਨਾਂ ਮਾਰ ਦੇਣਾ। ਬਚਾ ਲੈਂਦੇ ਉਸ ਵੇਲੇ, ਝੂਠ ਵੀ ਬੋਲ ਦਿੰਦੇ, ਸੱਚ ਵਰਗਾ ਸੀ, ਪਰ ਇਹਦਾ ਮਤਲਬ ਇਹ ਨਹੀਂ
ਵੀ ਜ਼ਿੰਦਗੀ 'ਚ ਹਮੇਸ਼ਾ ਹੀ ਝੂਠ ਬੋਲਣਾ, ਵੀ ਹੁਣ ਤੇ ਗੁਰੂ ਸਾਹਿਬ ਨੇ ਵੀ ਕਹਿਤਾ ਵੀ ਬੋਲ ਸਕਦੇ ਨਹੀਂ, ਆਪਸ਼ਨ ਨਹੀਂ ਹੈ। ਕਿਸੇ ਦੀ ਜਾਨ ਬਚਦੀ ਤੇ ਬੋਲਿਆ ਝੂਠ ਸੱਚ ਬਰਾਬਰ ਹੈ। ਮਰਦ ਕਹਿੰਦੇ ਸਦਾ ਸੱਚ ਬੋਲੋ, ਬੋਲੀਏ ਸੱਚ ਧਰਮ, ਝੂਠ ਨਹੀਂ ਬੋਲੀਏ। ਝੂਠ ਨਹੀਂ ਬੋਲਣਾ ਜ਼ਿੰਦਗੀ ਦੇ ਵਿੱਚ। ਫਕੀਰ ਦੇ ਜੀਵਨ ਵਿੱਚ ਸੱਚ ਹੈ। ਮੈਂ ਗੁਨਾਹ ਕੀਤਾ, ਮੈਨੂੰ ਕੋਈ ਪੁੱਛੇ ਵੀ ਤੂੰ ਆ ਕੀਤਾ ਤੇ ਮੈਂ ਆਖਾਂ ਮੈਂ ਨਹੀਂ ਕੀਤਾ ਪਰ ਕੀਤਾ ਸੀ, ਕਿਤੇ ਨਾ ਕਿਤੇ ਮੇਰੀ ਆਤਮਾ ਵੀ ਕਹੇਗੀ ਇਹਨੂੰ ਪਤਾ ਲੱਗ ਗਿਆ, ਕੀ ਕਹੇਗਾ। ਕੋਸ਼ਿਸ਼ ਕਰ ਦਈਏ, ਕਹਿ ਦਈਏ ਹਾਂਜੀ ਮੈਥੋਂ ਹੋ ਗਿਆ ਗਲਤੀ, ਮਾਰਨਾ ਮਾਰੋ, ਕਹਿਣਾ ਕਹਿ ਲਓ। ਜਿੱਦਣ ਤੁਸੀਂ ਸੱਚ ਕਹਿ ਦਿੱਤਾ ਨਾ, ਸਾਹਮਣੇ ਵਾਲਾ ਵੀ ਕਿਤੇ ਨਾ ਕਿਤੇ ਸੋਚਦਾ ਯਾਰ ਮੰਨ ਹੀ ਗਿਆ ਤੇ ਜਾਣ ਲਓਗੇ ਹੁਣ ਕੀ ਕਰੋਗੇ। ਕਹਿੰਦੇ ਸੱਚ ਬੋਲੋ। ਫਕੀਰਾਂ ਨੂੰ ਕੋਈ ਗਮ ਨਹੀਂ ਕਿਸੇ ਨਾਲ, ਕੋਈ ਗਿਲਾ ਨਹੀਂ ਹੈ। ਗੁਰਬਾਣੀ ਨੇ ਸੱਚ ਕੈਸਾ ਸਿਖਾਇਆ ਹੈ, ਉਹ ਸੱਚ ਕਿਹੜਾ ਏ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਸਭ ਲਾਗਿਓ, ਕੋ ਕਾਹੂ ਕੋ ਨਹੀਂ। ਇਹ ਸੱਚ ਹੈ। ਪ੍ਰੀਤਮਾ ਇੱਥੇ ਤੇਰਾ ਕੋਈ ਨਹੀਂ, ਜਦੋਂ ਭੀੜ ਪੈ ਜਾਂਦੀ ਫਿਰ ਸਾਰੇ ਆਪਣਿਆਂ ਬਾਰੇ ਹੀ ਸੋਚਦੇ ਆ, ਕੋਈ ਕਿਸੇ ਬਾਰੇ ਨਹੀਂ ਸੋਚਦਾ। ਪਤੀ ਪਤਨੀ ਭੈਣ ਭਰਾ ਧੀ ਪੁੱਤ ਵਕਤ ਪਏ ਸਾਥ ਛੱਡ ਜਾਂਦੇ ਆ, ਕੋਈ ਕਿਸੇ ਦਾ ਨਹੀਂ ਹੈ। ਸਾਹਿਬ ਕਹਿੰਦੇ ਸੱਚ ਬੋਲੋ। ਰਾਜਨ ਜੀਵਨ ਵਿੱਚ ਸੱਚ ਹੋਣਾ ਚਾਹੀਦਾ ਹੈ। ਕੱਲ ਜੋ ਹੋ ਗਿਆ ਸੋ ਹੋ ਗਿਆ, ਉਹ ਸਹੀ ਨਹੀਂ ਕੀਤਾ ਜਾ ਸਕਦਾ। ਮੈਂ ਮੰਨ ਲਓ ਕੱਲ ਕੋਈ ਗਲਤੀ ਕੀਤੀ ਹੈ ਤੇ ਅੱਜ ਮੈਂ ਉਸ ਗਲਤੀ ਤੇ ਪਰਦੇ ਪਾਵਾਂ, ਮੈਂ ਨਹੀਂ ਕੀਤੀ। ਉਹ ਕੱਲ ਦਾ ਅੱਜ ਨਾਲ ਕੀ ਤਾਲੁਕਾਤ ਹੈ? ਇਹੋ ਜਿਹਾ ਮੂਰਖ ਉਹ ਆ ਜਿਹੜਾ ਤੈਨੂੰ ਅੱਜ ਪੁੱਛੀ ਜਾਂਦਾ। ਕੱਲ ਦੀ ਕੱਲ ਨਾਲ ਰਹੇਗੀ, ਉਹ ਮੁੜ ਕੱਲ ਵਾਪਸ ਨਹੀਂ ਆਉਣਾ। ਕੱਲ ਗੁਨਾਹ ਹੋਇਆ ਸੀ ਫਿਰ ਕੀ ਹੋਇਆ, ਕੁਛ ਔਗਣ ਗੁਣ ਵੀ ਤੇ ਕਰਾਂਗੇ। ਪਰਮਾਤਮਾ ਕਿਸੇ ਦੇ ਅਵਗੁਣਾਂ ਨੂੰ ਬਹੁਤਾ ਨਹੀਂ ਵੇਖਦਾ। ਜਦੋਂ ਕੋਈ ਪ੍ਰੇਮ ਕਰਦਾ ਗੁਨਾਹ ਵੇਖਣੋਂ ਹਟ ਜਾਂਦਾ। ਪਰ ਕਹਿੰਦੇ ਰੱਬ ਦੇ ਪਿਆਰਿਆਂ ਨੇ ਸਦਾ ਸੱਚ ਬੋਲਣਾ, ਸਦੀਵ ਸੱਚ, ਸੱਚ ਤੇ ਪਹਿਰਾ ਦੇਣਾ ਏ। ਕਬਿਹੂ ਕੂਰ ਨਾ ਕਿਹ ਬਿਦ ਕਹੈ। ਹੁਣ ਇੱਕ ਗੱਲ ਹੈ ਸੱਚ ਬੋਲਣਾ ਤੇ ਦੂਜਾ ਝੂਠ ਬੋਲਣਾ, ਦੋਨੇ ਚੀਜ਼ਾਂ ਡਿਫਰੈਂਟ ਨੇ। ਜੇ ਮੈਂ ਕਿਹਾ ਜੀ ਮੈਂ ਸੱਚ ਬੋਲਦਾ ਮਤਲਬ ਮੈਂ ਸੱਚਾ ਆ। ਸਾਨੂੰ ਕਈ ਵਾਰ ਲੱਗਦਾ ਵੀ ਸੱਚ ਝੂਠ ਦੀ ਥਿਊਰੀ ਸੇਮ ਹੈ, ਨਹੀਂ ਅਲੱਗ-ਅਲੱਗ ਹੈ। ਹਰੇਕ ਬੰਦਾ ਕਹੂਗਾ ਜੀ ਮੈਂ ਤੇ ਸੱਚੀ ਗੱਲ ਕਰਦਾ, ਮੈਂ ਤੇ ਸੱਚੀ ਗੱਲ ਕਰਦਾ। ਜਿਹੜਾ ਬੰਦਾ ਤੁਹਾਡੇ ਕੋਲ ਬਾਰ-ਬਾਰ ਇਹ ਗੱਲ ਕਰਦਾ ਉਹ ਸੱਚ ਬੋਲਦਾ ਹੀ ਕਦੇ ਨਹੀਂ। ਸੱਚੇ ਨੂੰ ਕਹਿਣਾ ਪਊ ਮੈਂ ਸੱਚ ਬੋਲਦਾ, ਤੇ ਜਿਹੜਾ ਬਾਰ-ਬਾਰ ਆਖੇ ਮੈਂ ਝੂਠ ਨਹੀਂ ਬੋਲਦਾ, ਮੇਰਾ ਵਿਸ਼ਵਾਸ ਕਰ। ਵਿਸ਼ਵਾਸ ਕੀ ਕਰੀਏ ਜਿਹੜਾ ਬਾਰ-ਬਾਰ ਕਹਿੰਦਾ ਮੇਰੇ ਤੇ ਸ਼ੱਕ ਨਾ ਕਰ, ਮੇਰੇ ਤੇ ਸ਼ੱਕ ਨਾ ਕਰ, ਕਿਤੇ ਨਾ ਕਿਤੇ ਗੜਬੜ ਹੈ। ਉਹਨੂੰ ਪਤਾ ਹੈ ਵੀ ਇਹ ਮੇਰੀ ਅਸਲੀਅਤ ਜਾਣਨੀ ਚਾਹੁੰਦਾ ਪਰ ਮੈਂ ਪਰਦਾ ਰੱਖਾਂ, ਇਸੇ ਲਈ ਮੈਂ ਕਹਿਣਾ ਮੇਰੇ ਤੇ ਯਕੀਨ ਕਰ, ਮੇਰੇ ਤੇ ਯਕੀਨ ਕਰ, ਤੈਨੂੰ ਮੇਰੇ ਤੇ ਭਰੋਸਾ ਨਹੀਂ। ਝੂਠ ਇੱਕ ਅਲੱਗ ਚੀਜ਼ ਹੈ। ਕਹਿੰਦੇ ਕਦੇ ਵੀ ਝੂਠ ਨਹੀਂ ਬੋਲਣਾ। ਕੀ ਸੱਚ ਬੋਲਣ ਵਾਲੇ ਝੂਠ ਨਹੀਂ ਬੋਲਦੇ ਜਾਂ ਝੂਠ ਬੋਲਣ ਵਾਲੇ ਸੱਚ ਨਹੀਂ ਬੋਲਦੇ? ਪੈਰਲਲ ਚੀਜ਼ਾਂ ਆ ਗਈਆਂ ਨਾ। ਅਸੀਂ ਕਈ ਵਾਰ ਸੱਚ ਵੀ ਬੋਲ ਦਿੰਦੇ ਹਾਂ, ਕਦੇ ਕਦੇ ਸਾਡੇ ਤੋਂ ਨਿਕਲ ਜਾਂਦਾ ਸੱਚ। ਸੁਭਾਵਿਕ ਗੱਲ ਹੈ, ਗਲਤੀ ਸਾਡੇ ਤੋਂ ਹੋਈ ਹੈ, ਅਸੀਂ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਆ ਪਰ ਸਹਿਜ ਸੁਭਾਅ ਨਿਕਲਿਆ ਬੋਲ ਸੱਚਾ ਹੁੰਦਾ ਹੈ। ਤੇ ਕਈ ਵਾਰ ਸੱਚੀ ਗੱਲ ਹੋਈ ਹੁੰਦੀ ਅਸੀਂ ਪਰਦੇ ਪਾਈ ਜਾਂਦੇ ਹਾਂ, ਝੂਠ ਬੋਲਦੇ ਹਾਂ, ਮੈਂ ਨਹੀਂ ਕੀਤਾ, ਮੈਂ ਨਹੀਂ ਕੀਤਾ। ਕਹਿੰਦੇ ਇੱਕ ਸਦਾ ਸੱਚ ਬੋਲਣਾ ਹੈ, ਦੂਜਾ ਕਦੇ ਝੂਠ ਨਹੀਂ ਬੋਲਣਾ। ਝੂਠ ਨਹੀਂ ਬੋਲਣਾ। ਕੀ ਸੱਚ ਬੋਲਣ ਵਾਲਾ ਝੂਠ ਨਹੀਂ ਬੋਲਦਾ? ਸਾਰੀ ਦੁਨੀਆ ਬੋਲ ਰਹੀ ਹੈ। ਕਿ ਝੂਠ ਬੋਲਣ ਵਾਲਾ ਬੰਦਾ ਕਦੇ ਸੱਚੀ ਗੱਲ ਨਹੀਂ ਕਰ ਸਕਦਾ? ਕਰ ਸਕਦਾ ਹੈ। ਸਹੁੰ ਨਹੀਂ ਖਾਧੀ ਕਿਸੇ ਨੇ ਵੀ ਮੈਂ ਸਾਰੀ ਜ਼ਿੰਦਗੀ ਝੂਠ ਹੀ ਬੋਲਣਾ, ਮੈਂ ਝੂਠਾ ਹੀ ਹਾਂ। ਕਈ ਵਾਰ ਬੁਰਾ ਬੰਦਾ ਵੀ ਚੰਗੀ ਗੱਲ ਕਰ ਜਾਂਦਾ ਤੇ ਕਈ ਵਾਰ ਚੰਗਾ ਬੰਦਾ ਵੀ ਐਡੀ ਨੀਚ ਹਰਕਤ ਕਰ ਜਾਂਦਾ ਬੰਦਾ ਸੋਚ ਵੀ ਨਹੀਂ ਸਕਦਾ। ਸਿਆਣੇ ਮੂਰਖਤਾਈਆਂ ਕਰਦੇ ਵੇਖੇ ਤੇ ਮੂਰਖ ਸਿਆਣੀਆਂ ਗੱਲਾਂ ਕਰਦੇ ਵੇਖੇ ਆ। ਸਤਿਗੁਰ ਕਹਿੰਦੇ ਕਦੇ ਝੂਠ ਨਹੀਂ ਬੋਲਣਾ, ਸਦਾ ਸੱਚ ਤੇ ਪਹਿਰਾ ਦੇਣਾ ਏ। ਇਹ ਯਮ ਅੰਗਾਂ ਦੇ ਕੁਝ ਨਿਸ਼ਾਨ ਹਨ। ਇੱਕ ਜੋਗੀ ਇੱਕ ਸਾਧੂ ਰੱਬ ਦੇ ਪਿਆਰੇ ਵਿੱਚ ਹੋਣਾ ਚਾਹੀਦਾ। ਹੁਣ ਸਾਨੂੰ ਰਹਿਤ ਮਰਿਆਦਾ ਵਿੱਚ ਮਹਾਰਾਜ ਨੇ ਲਿਖਿਆ ਨਾ ਵੀ ਸਿੱਖ ਹਮੇਸ਼ਾ ਸੱਚ ਬੋਲੇ, ਪਰ ਨਾਲੇ ਵੀ ਲਿਖਤਾ ਵੀ ਝੂਠ ਵੀ ਨਾ ਕਦੇ ਬੋਲੇ। ਸੱਚ ਬੋਲਣ ਵਾਲਾ ਝੂਠ ਵੀ ਬੋਲ ਜਾਂਦਾ ਹੈ ਤੇ ਝੂਠ ਬੋਲਣ ਵਾਲਾ ਸੱਚ ਵੀ ਬੋਲਦਾ ਹੈ। ਜਿਵੇਂ ਦਿਨ ਅਤੇ ਹਨੇਰਾ, ਸਦਾ ਦਿਨ ਨਹੀਂ ਰਹਿੰਦਾ, ਸਦਾ ਰਾਤ ਨਹੀਂ ਰਹਿੰਦੀ, ਤੇ ਸਦਾ ਰਾਤ ਨਹੀਂ ਤੇ ਸਦਾ ਦਿਨ ਨਹੀਂ, ਤੇ ਇਕੱਠੇ ਵੀ ਨਹੀਂ ਹੁੰਦੇ। ਦੋਨੋਂ ਅਲੱਗ-ਅਲੱਗ ਚੀਜ਼ਾਂ ਨੇ। ਜੇ ਕੋਈ ਚੰਗਿਆਈ ਕਰਦਾ ਤੇ ਕਰਦਾ ਬੁਰਾਈ ਵੀ ਹੈ, ਸਾਰੀ ਜ਼ਿੰਦਗੀ ਬੰਦਾ ਚੰਗੇ ਕੰਮ ਵੀ ਨਹੀਂ ਕਰਦਾ ਤੇ ਇਹ ਵੀ ਨਾਲ ਹੈ ਕੋਈ ਸਾਰੀ ਜ਼ਿੰਦਗੀ ਬੁਰੇ ਵੀ ਨਹੀਂ ਕਰਦਾ। ਜੇ ਕੋਈ ਬਹੁਤੇ ਬੁਰੇ ਕਰਦਾ ਉਹ 'ਚ ਕੋਈ ਗੁਣ ਵੀ ਹੋਏਗਾ।
ਜੇ ਕਿਸੇ ਵਿੱਚ ਬਹੁਤੇ ਗੁਣ ਹਨ, 1% ਉਸ ਬੰਦੇ ਵਿੱਚ ਔਗਣ ਹੋਏਗਾ ਬਹੁਤ ਵੱਡਾ, ਪਰ ਦੁਨੀਆ ਉਸ ਔਗਣ ਨੂੰ ਵੇਖ ਕੇ ਗੁਣਾਂ ਨੂੰ ਭੁਲਾ ਦੇਗੀ। ਸਤਿਗੁਰ ਕਹਿੰਦੇ ਸੱਚ ਬੋਲਣਾ ਹੈ, ਝੂਠ ਕਦੇ ਬੋਲਣਾ ਨਹੀਂ। ਤੀਜੇ ਹੈ ਦਵੇ ਭਾਂਤ ਸਤੇ। ਤੀਜੀ ਗੱਲ ਕਹਿੰਦੇ ਕਦੇ ਵੀ ਚੋਰੀ ਨਹੀਂ ਕਰਨੀ। ਚੋਰੀ, ਹੁਣ ਚੋਰੀ ਇੱਕ ਤਰ੍ਹਾਂ ਦੀ ਨਹੀਂ ਹੈ ਜੀ, ਇੱਥੇ 2 ਪ੍ਰਕਾਰ ਦੀ ਚੋਰੀ ਲਿਖੀ ਹੈ। ਇਹ ਚੀਜ਼ਾਂ ਬੜੀਆਂ ਸੋਹਣੀਆਂ ਨੇ, ਲਿਖਣ ਵਾਲੀਆਂ ਨੇ, ਜਿਨ੍ਹਾਂ ਨੂੰ ਪਿਆਰ ਆ ਨਾ ਉਹ ਕਥਾ ਰਿਪੀਟ ਤੇ ਸੁਣ ਸੁਣ ਕੇ ਲਿਖ ਰਹੇ ਆ। ਬੜੇ ਫੋਨ ਵੀ ਆਉਂਦੇ, ਇੱਕ ਦਿਨ ਸੁਣ ਲਈ, ਕਹਿੰਦੇ ਭਾਈ ਸਾਹਿਬ ਸੇਵ ਕਰ ਲਈ, ਅੱਜ ਫੇਰ ਸੁਣ ਰਹੇ ਆ, ਉਹ ਲਿਖ ਰਹੇ ਆ, ਸਾਨੂੰ ਪਤਾ ਲੱਗਦਾ ਵੀ ਹੈ ਕੀ ਹੈ। ਚੋਰੀ ਨਹੀਂ ਕਰਨੀ। ਹੁਣ ਇਹ ਸੁਭਾਵਿਕ ਗੱਲ, ਹਰੇਕ ਹੀ ਕਹਿੰਦਾ ਚੋਰੀ ਨਾ ਕਰਿਆ ਕਰੋ ਜੀ, ਪਰ ਇਹ ਤੇ ਪਤਾ ਹੋਣਾ ਚਾਹੀਦਾ ਨਾ ਵੀ ਚੋਰੀ ਕਿਹੋ ਜਿਹੀ ਹੁੰਦੀ ਹੈ। ਕਿ ਲੋਕਾਂ ਦਾ ਸਮਾਨ ਚੁੱਕ ਲੈਣਾ ਚੋਰੀ ਹੈ? ਨਹੀਂ। ਅਸੀਂ ਜਿਹਨੂੰ ਚੋਰ ਮੰਨੀ ਫਿਰਦੇ ਆ, ਕਿ ਉਹ ਚੋਰ ਹੈ? ਸਾਡੇ ਕੋਲ ਕੀ ਪੈਰਾਮੀਟਰ ਹੈ ਕਿਸੇ ਨੇ ਚੋਰ ਕਹਿਣ ਦਾ? ਹੈ ਕੋਈ? ਕਿਸੇ ਨੇ ਤੁਹਾਡੇ ਤੋਂ ਕੋਈ ਚੀਜ਼ ਛੁਪਾ ਲਈ, ਹੋ ਸਕਦਾ ਤੁਹਾਨੂੰ ਦੱਸਿਆ ਨਾ ਹੋਵੇ, 20 ਬੰਦਿਆਂ ਨੂੰ ਦੱਸਿਆ ਹੋਵੇ, ਤੇ ਤੁਸੀਂ ਚੋਰ ਮੰਨੀ ਫਿਰਦੇ ਹੋ ਵੀ ਯਾਰ ਉਹਨੇ ਆਹ ਚੀਜ਼ ਲੁਕੋ ਲਈ। ਪਰ ਜਦੋਂ ਪਤਾ ਲੱਗਦਾ ਉਹ ਕਹਿੰਦਾ ਜੀ ਮੈਂ ਫਲਾਣੇ ਨੂੰ ਵੀ ਪੁੱਛਿਆ ਸੀ, ਫਲਾਣੇ ਨੂੰ ਵੀ ਪੁੱਛਿਆ ਸੀ। ਸਾਡੇ ਪਰਿਵਾਰ ਦੇ 4 ਮੈਂਬਰ, 4ਾਂ 'ਚੋਂ ਕਿਸੇ ਇੱਕ ਨੂੰ ਪੁੱਛ ਕੇ ਚੀਜ਼ ਚੁੱਕ ਲਈ, ਉਹ ਤੇ ਕਹਿੰਦਾ ਬੰਦਾ ਸਹੀ ਹੈ, ਤੇ 3 ਕਹਿੰਦੇ ਸਾਨੂੰ ਨਹੀਂ ਪੁੱਛਿਆ, ਇਹ ਚੋਰ ਹੈ। ਤੇ ਜਦੋਂ ਸਾਹਮਣੇ ਆ ਤੇ ਫਿਰ ਕੀ ਹੋਊ? ਉਹ ਕਹਿੰਦਾ ਯਾਰ ਇਹਦਾ ਮਤਲਬ ਤੁਹਾਡੀ ਪਰਿਵਾਰ ਦੀ ਆਪਸ 'ਚ ਬਣਦੀ ਕੋਈ ਨਹੀਂ। ਕੀ ਨਿਕਲਿਆ ਉੱਥੇ? ਵੀ ਚੋਰ ਚੋਰ ਨਹੀਂ ਸੀ, ਤੁਹਾਡੇ ਹੀ ਟੱਬਰ ਦਾ ਏਕਾ ਕੋਈ ਨਹੀਂ। ਆਖੋ ਸਤਨਾਮ। ਚੋਰੀ ਕਿਹੜੀ ਹੈ? ਕਹਿੰਦੇ 2 ਤਰ੍ਹਾਂ ਦੀ ਹੈ। ਰਾਜਾ ਸ਼ਿਵਨਾਭ ਕਹਿੰਦਾ ਪਾਤਸ਼ਾਹ ਮੈਨੂੰ ਇਹ ਵੀ ਦੱਸ ਦਿਓ। ਜਿੱਥੇ ਭਾਈ ਵਾਲਾ ਜੀ ਸਤਿਗੁਰਾਂ ਦੇ ਬਚਨਾਂ ਨੂੰ ਨੋਟ ਕਰਦੇ ਆ ਨਾ, ਉੱਥੇ ਰਾਜਾ ਸ਼ਿਵਨਾਭ, ਉਹਦੇ ਮੰਤਰੀਗਣ, ਵਜ਼ੀਰ, ਕੁਝ ਸਿਆਣੇ ਵਿਦਵਾਨ ਇਹਨਾਂ ਬਚਨਾਂ ਨੂੰ ਲਿਖਦੇ ਹਨ। ਇੱਕ ਤਨ ਕੀ ਇੱਕ ਮਨ ਕੀ ਸੀ। 2 ਤਰ੍ਹਾਂ ਦੀਆਂ ਚੋਰੀਆਂ ਕਿਹੜੀਆਂ ਨੇ? ਇੱਕ ਚੋਰੀ ਹੈ ਤਨ ਦੀ, ਤੇ ਦੂਜੀ ਚੋਰੀ ਹੈ ਮਨ ਦੀ। ਹੁਣ ਤੱਕ ਇਹ ਆਪਾਂ ਇੱਕੋ ਹੀ ਚੋਰੀ ਮੰਨਦੇ ਫਿਰਦੇ ਆ ਨਾ, ਵੀ ਕਿਸੇ ਨੇ ਕਿਸੇ ਦਾ ਸੀਮੈਂਟ ਚੁੱਕ ਲਿਆ, ਚੋਰ। ਕਿਸੇ ਨੇ ਕਿਸੇ ਦੇ ਪੈਸੇ ਕੱਢ ਲਏ, ਹਾਏ ਚੋਰ। ਕੋਈ ਗੱਡੀ ਲੈ ਗਿਆ, ਹਾਏ ਚੋਰ। ਇੱਥੇ ਖੜੇ ਆ। ਧਰਮ ਕੀ ਕਹਿੰਦਾ ਹੈ? ਕਹਿੰਦੇ ਪਹਿਲਾਂ ਚੋਰ ਨੂੰ ਸਮਝੋ, ਚੋਰੀ ਨੂੰ ਸਮਝੋ। ਚੋਰੀ ਹੈ ਕਿਹੋ ਜਿਹੀ ਹੈ? ਹੋ ਸਕਦਾ ਭੀੜ ਵਿੱਚ ਖੜ ਕੇ ਕਿਸੇ ਨੂੰ ਕੁੱਟਣ ਵਾਲਾ ਉਹ ਸਾਰੀ ਭੀੜ ਹੀ ਚੋਰਾਂ ਦੀ ਹੋਵੇ, ਤੇ ਜਿਹਨੂੰ ਕੁੱਟਦੇ ਹੋਣ ਹੋ ਸਕਦਾ ਉਹ ਸਾਧ ਹੋਵੇ। ਹੋ ਸਕਦਾ ਹੈ, ਜ਼ਰੂਰੀ ਨਹੀਂ ਆ ਉਹ ਚੋਰ ਹੋਵੇ, ਪਰ ਕਹਿੰਦੇ ਭੀੜ ਵਿੱਚ ਖੜਿਆ ਹਰ ਬੰਦਾ ਚੋਰ ਹੈ। ਮਤ ਭੁਲੇਖਾ ਰੱਖਿਓ ਵੀ ਆਹ ਜਿਹੜਾ ਗਾਲਾਂ ਕੱਢਦਾ ਇਹ ਦੁੱਧ ਧੋਤਾ ਹੋਣਾ, ਤੇ ਬਾਕੀ ਉਹ ਕੋਈ ਮਾੜਾ ਕੰਮ। ਕਿਹਨੇ ਚੋਰੀ ਨਹੀਂ ਕੀਤੀ ਜ਼ਿੰਦਗੀ 'ਚ? ਹੈ ਕੋਈ ਇਹੋ ਜਿਹਾ ਬੰਦਾ? ਬਚਪਨ ਤੋਂ ਲੈ ਕੇ ਬੁਢਾਪੇ ਤੱਕ ਕਿਤੇ ਨਾ ਕਿਤੇ ਬੰਦਾ ਚੋਰੀ ਕਰਦਾ। ਤੁਸੀਂ ਕਹੋਗੇ ਮੈਂ ਨਹੀਂ ਕੀਤੀ, ਜਿੱਥੇ ਮਰਜ਼ੀ ਟੈਸਟ ਕਰਾ ਲਓ। ਪਰ ਮਰਜ਼ ਦੱਸਦੇ ਕਹਿੰਦੇ ਚੋਰੀਆਂ 2 ਤਰ੍ਹਾਂ ਦੀਆਂ ਨੇ। ਇੱਕ ਚੋਰੀ ਹੈ ਸਰੀਰ ਦੀ, ਤਨ ਦੀ। ਦੂਜੀ ਚੋਰੀ ਹੈ ਮਨੁੱਖ ਦੇ ਮਨ ਦੀ। ਤਨ ਦੀ ਚੋਰੀ ਤੇ ਤੁਸੀਂ ਫੜ ਲਓਗੇ ਕਿਸੇ ਦੀ, ਮਨ ਦੀ ਚੋਰੀ ਕੌਣ ਫੜੂ ਤੁਹਾਡੇ ਦੀ? ਫੜ ਸਕਦਾ ਕੋਈ? ਮੇਰੇ ਮਨ ਵਿੱਚ ਤੁਹਾਡੇ ਪ੍ਰਤੀ ਕੀ ਹੈ ਜਾਣ ਸਕਦੇ ਹੋ? ਮੈਂ ਤੁਹਾਨੂੰ ਆਇਆਂ ਨੂੰ ਦੁੱਧ ਵੀ ਪਿਲਾਵਾਂਗਾ, ਚਾਹ ਵੀ ਪਿਲਾਊਂਗਾ, ਸਿਫਤਾਂ ਵੀ ਕਰੂੰਗਾ, ਜੀ ਕਰਦਾ ਫਿਰੂੰ, ਗੇਟ ਤੱਕ ਛੱਡਣ ਵੀ ਜਾਊਂ। ਤੁਹਾਨੂੰ ਕੀ ਪਤਾ ਹੈ ਮੇਰੇ ਦਿਲ ਵਿੱਚ ਤੁਹਾਡੇ ਲਈ ਕੀ ਚੋਰ ਹੈ? ਪਤਾ ਕਿਸੇ ਨੂੰ ਨਹੀਂ। ਨੇੜੇ ਤੇੜੇ ਹੋ ਕੇ ਲੰਘ ਜਾਈਦਾ, ਸ਼ੱਕ ਜਿਹਾ ਹੋ ਜਾਂਦਾ, ਪਰ ਸਮਝ ਨਹੀਂ ਆਉਂਦੀ। ਰਾਜਾ ਸ਼ਿਵਨਾਭ ਸੁਣ ਕੇ ਬੜਾ ਹੈਰਾਨ ਹੈ ਵੀ ਧਾਰਮਿਕ ਸ਼ਾਸਤਰ ਪੜ੍ਹੇ ਨੇ, ਗ੍ਰੰਥ ਪੜ੍ਹੇ ਨੇ, ਆਹ ਕੁਝ ਮੈਂ ਕਦੇ ਜਾਣਿਆ ਹੀ ਨਹੀਂ। ਪਰ ਕੀ ਵਸਤ ਛਪਾਵਨ ਕਰਨੀ। ਪਹਿਲੀ ਚੋਰੀ ਹੈ ਪਰਾਈ ਵਸਤੂ ਛਪਾਉਣੀ। ਈਟੀਸੀ ਕੁਛ ਵੀ, ਜਹਾਜ਼ ਤੋਂ ਲੈ ਕੇ ਸੂਈ ਤੱਕ, ਪੈਸੇ ਤੋਂ ਲੈ ਕੇ ਸੋਨੇ ਤੱਕ ਚੋਰੀ ਹੈ। ਚੋਰੀ ਦੇ ਕੇਸ ਨੇ, ਕੁਛ ਵੀ ਛੁਪਾ ਲਓ ਚੋਰ ਮੰਨਿਆ ਜਾਣਾ ਹੈ। ਖਾਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਪਹਿਨਣ ਵਾਲੀਆਂ ਵਸਤੂਆਂ, ਰਹਿਣ ਵਾਲੀਆਂ ਚੀਜ਼ਾਂ ਤੋਂ ਲੈ ਕੇ ਵੇਚਣ ਵਾਲੀਆਂ ਚੀਜ਼ਾਂ ਤੱਕ, ਇਹ ਤਨ ਦੀਆਂ ਫਿਜ਼ੀਕਲ ਚੋਰੀਆਂ ਨੇ। ਫਿਜ਼ੀਕਲ ਕਰਦੀ ਆ ਦੁਨੀਆ। ਦਫ਼ਤਰ 'ਚ ਗਿਆ ਬੰਦਾ, ਫਾਈਲ ਚੁੱਕ ਲਿਆਉਂਦਾ ਘਰੇ, ਕੰਪਿਊਟਰ ਤੋਂ ਮਾਊਸ ਲਾ ਲਿਆ। ਸਾਡੇ ਲੋਕਾਂ ਦੇ ਕੰਮ ਨੇ, ਬੜੇ ਮਨ ਨਾਲ ਕਹਿਣਾ ਪੈਂਦਾ। ਬੈਂਕ ਵਿੱਚ ਜਾਓ, ਅਗਲੇ ਪੈਨ ਨਾਲ ਰੱਸੀ ਬੰਨੀ ਫਿਰਦੇ ਆ ਵੀ ਇਹਨਾਂ ਦਾ ਕੋਈ ਪਤਾ ਨਹੀਂ, ਘੁੱਗੀ ਮਾਰਦੇ ਮਾਰਦੇ ਸਾਈਨ ਕਰਦੇ ਘਰ ਨੂੰ ਲੈ ਜਾਣਾ। ਵਾਟਰ ਕੂਲਰ ਤੇ ਗਲਾਸ ਲਾਇਆ ਹੋਇਆ, ਕਾਹਦੇ ਲਈ? ਵੀ ਇਹ ਤੇ ਗਲਾਸ ਵੀ ਨਹੀਂ ਛੱਡਦੇ। ਆਖੋ ਸਤਨਾਮ। ਐਡੇ ਵੱਡੇ ਚੋਰ। ਲੋਕੀ ਫਲਾਈਟਾਂ 'ਚ ਜਾਂਦੇ ਆ,
ट्रेनां 'च जाते आ, बसां 'च जाते आ, बल्ले बुला लिया, कुछ चुक लिया। ये तो संसारी चोरियां ने। धार्मिक स्थानां ते कोई भी धार्मिक स्थान होवे ताले लाने पैंदे आ, CCTV कैमरे लाने पैंदे, काहदे वास्ते? मतलब ये दुनिया ही चोरां दी है। इत्थे किसी का कोई पता नहीं मन कदों बदल जी, किसी का भी। बंदा गया सी लंगर छकण, जुत्ती चुक लिया। हुण जुत्ती चुकण कोई चोर थोड़ी आउंदा है, विचों ही किदां मन बदल जाता है। की पता किहदे किरपा हो जाए भी चलो आप ही ले चलते हैं, महंगे शूज़ ले। चोरी कहते एक है पदार्थां की चोरी, किसी ने अनाज चोरी कर लिया, किड्डे किड्डे घोटाले आउंदे, बड़े बड़े मंत्री भी चोर ने इत्थे ते। कोई किसी का वजीफा खा गया, कोई कुछ कर गया, ये हो रहा ना तुहाडे सामने है ना। ये है बाहर की चोरी। छोटे तो लैके वड्डे तक, संतरी तो लैके मंत्री तक सारी चोर ने। चोर भाव की है? छोटे तो वड्डे दा, सूई तो हाथी तक दा भी चोरी दुनियावी तौर पर यही रौला है। आने आ चुक लिया, चोर है। फलाने ने फलाने की ट्राली चुक ली, चोर है। उन्हें उसकी गड्डी चुक ली, चोर है। मर्द कहते एक ते तन की चोरी है, जिहदा जग विच रौला पैंदा ए हो सते तन की बरनी। इनू ते शरीर दे चोरी कह के सार दिता, इहदी सज़ा शरीर नूं मिल जानी है। किसी ने किसी दे पैसे चुक ले, किसी ने कुट भी दिता, उन्होंने थाने भी फड़ाता। कई बार बंदे को सिद्ध भी हो गया भी इन्हें की चुकिया, वो कई चीज़ां होर भी मन जाता है भी मैं फलाने समय फलाने का घर लुटिया, फलाने का भी चुकिया, चोरी किया। ये तो चोर सी। कहते दुनिया ने सिर्फ एक चोरी ते ध्यान किया, पर धार्मिक लोगों ने दो तरह की चोरी वेखी। दो तरह की। पहली चोरी वाला चोर किते ना किते माफ़ किया जा सकता है। किसी ने किसी का लख चुकिया, 5000 चुकिया, हो सकता है तरस आ जे मोड़ा भी चल गरीब सी यार की करना, कोई कुट के भी ले ले, 5 का 10 लाख ले ले, हो सकता है। तन की चोरी माफ़ की जा सकती है, तन की चोरी परदा रखा जा सकता है। हो सकता है किसी को पता भी ना लगे तुसी चोरी की है, पर कहते एक चोरी ऐसी है जिन्हों रब बिना ते तुहाडे बिना जानदा ही कोई नहीं। उस चोरी विच सारा संसार ग्रसिया होया है। धर्म तो लैके पापी तक सारे लोग वो चोरी करते ने। करें पाप पुन रख दोहराई। वो चोरी है मन दी, मन विच पाप रखिया, कुछ बुरा किया, रौला नहीं पाया, लोकां नूं ना पता लग जे। ते एक बंदा बड़ा सिद्धा है, ਉਹਦੇ ਨਾਲ जो बीतिया उन्हें दसिया लोगों को, मेरे नाल आ होया। वो चोर नहीं है दिल दा, दिल की चोरी रखी कोई नहीं। कहते एक इंसान वो सी, उन्हें पाप दे कर्म कीते, ठगियां मारियां, सब कुछ किया, पर लोगों सामने चंगा बन के विखाउंदा है, लोगों दीयां गल्लां विच नहीं आउंदा। वो कहंदा मैं बड़ा साऊ हाँ। कहंदे मन की चोरी है। किसी का भला किसी गल तो हो रहा सी, सानू पता भी जे ये गल उन्होंने पता लग गई, उन्होंने नौकरी मिल सकती है, वो पक्का हो सकता है बाहर, असी नहीं दसिया। सानू की लोड़ है, असी दसांगे कि उहदा काम ही ना बन जे। मर्द कहते सब तो वड्डी मन की चोरी है। यही चोरी है जिहड़ी पाप बनाउंदी है। दुनियावी चोरियां पाप च थोड़ा मन्नियां जांदियां। किसी गरीब ने किसी की रोटी चोरी की, ढिड भरन वास्ते, काहदी चोरी है? भूमिया चोर गुरु नानक साहब पातशाह दे कोले आया, मर्द ने लिखिया भूमिया भूम ऊपर नित लुझै। कहते ए भूमिए, जिमीदार जिमें धरती ते लुझदा, तू चोरियां करदा है। कहता पातशाह मैं चोरी करके गरीबां नूं वंडदा, मैं अपने लिए तो करदा नहीं। पर साहब आखदे कहते दुनियावी चोरी जिथे माड़ी है, उत्थे मन की चोरी सब तो वध माड़ी है। अज बड़े बड़े धर्मी कहाउण वाले मन के कपटी ने। किते पंथ का भला ही ना हो जे, किते कौम का कुछ बन ही ना जाए, असी क्यों दसीए? सानू की लोड़ है? साडा तोरी फुलका चलदा वधिया। कहते मन की चोरी सब तो वध घातक है। यह मन की चोरी कहलाए। गुरु नानक साहब आखन लगे राजा शिवनाभ, ये मन की चोरी है जो सब तो वध माड़ी है। किसी नाल तुरे जाने आ, लोग उसका मजाक उड़ाउंदे आ, सानू पता हस असी भी रहे हैं भी ये क्यों, पर असी पर्दा रखिया। मान लो किसी दे पग का लड़ खुला सी, उन्होंने नहीं पता, असी दंद कढ़ते एक दूजे को इशारे करते हैं, कहते किड्डी वड्डी चोरी रख दिओ, किड्डा वड्डा पाप कमा रहे हो। धर्म दीयां गल्लां सुन के बाद विचों भी गल्लां करनियां, ये चोरी है। कोई जान सकता है? तुसी बाहर निकल के किसी बारे की बोलिया, जिन्हें सुनिया जां जिन्हें बोलिया वही जानदा, दूजे तीजे नूं की पता है।
ਕਹਿੰਦੇ ਇਹ ਚੋਰੀਆਂ ਧਰਮ ਰਾਜ ਦੀ ਕਚਹਿਰੀ ਵਿੱਚ ਲਿਖੀਆਂ ਜਾਣੀਆਂ ਨੇ। ਕਈ ਵਾਰ ਬੰਦਾ ਕਹਿੰਦਾ ਨਾ ਅਸੀਂ ਤੇ ਗੁਰਦੁਆਰੇ ਵੀ ਜਾਂਦੇ ਹਾਂ ਜੀ, ਮੰਦਰ ਮਸਜਿਦ ਵੀ ਜਾਈਦਾ, ਪਰ ਸਾਡਾ ਤੇ ਕਦੇ ਕੰਮ ਹੀ ਨਹੀਂ ਬਣਿਆ ਕੋਈ। ਸਾਡਾ ਮਾੜਾ ਕਿਉਂ ਹੁੰਦਾ ਹੈ? ਭਾਈ ਚੰਗਾ ਹੋਣਾ ਵੀ ਕਦੇ ਨਹੀਂ। ਜਿਹਦੇ ਅੰਦਰ ਮਨ ਦੀ ਚੋਰੀ ਹੈ, ਜਿਹਦਾ ਮਨ ਚੋਰ ਹੈ, ਕੀ ਬਣੇਗਾ? ਸਪਸ਼ਟ ਸਤਿਗੁਰਾਂ ਨੇ ਲਿਖ ਦਿੱਤਾ ਨਾ, ਮਨ ਖੋਟੇ ਤਨ ਚੋਰ। ਤਨ ਨੇ ਚੋਰੀ ਉਦਣ ਕੀਤੀ ਜਿੱਦਣ ਮਨ ਖੋਟਾ ਹੋਇਆ। ਜਿਹਦਾ ਤਨ ਚੋਰ ਹੈ, ਮਨ ਵੀ ਚੋਰ ਹੋਏਗਾ। ਕੁਛ ਚੰਗੀਆਂ ਗੱਲਾਂ ਲੋਕਾਂ ਤੋਂ ਛਪਾਉਂਦੇ ਆ, ਇਹਨੂੰ ਪਤਾ ਨਾ ਲੱਗ ਜੇ। ਕਿਸੇ ਦੀ ਕਿਸੇ ਨੇ ਬੁਰਾਈ ਕੀਤੀ, ਉਹਦਾ ਨੁਕਸਾਨ ਹੋਣਾ ਹੈ। ਅਸੀਂ ਦੱਸ ਦਿੰਦੇ, ਬੰਦਾ ਸਤਰਕ ਹੋ ਸਕਦਾ ਸੀ, ਬਚਾਅ ਕਰ ਸਕਦਾ ਸੀ, ਪਰ ਅਸੀਂ ਕਿਹਾ ਨਹੀਂ, ਅਸੀਂ ਕਿਉਂ ਦਸੀਏ? ਇਹਨੇ ਸਾਡੇ ਨਾਲ ਕੀਤੀ, ਇਹਦੇ ਨਾਲ ਹੋਊ, ਪਤਾ ਲੱਗੂ। ਇਹ ਮਨ ਦਾ ਖੋਟ ਸੀ, ਇਹ ਮਨ ਦੀ ਚੋਰੀ ਸੀ। ਸਤਿਗੁਰ ਕਹਿੰਦੇ ਦੁਨਿਆਵੀ ਚੋਰੀ ਕਿਤੇ ਨਾ ਕਿਤੇ ਸਜ਼ਾ ਤੋਂ ਬਾਅਦ ਬੰਦਾ ਬਖਸ਼ਿਆ ਜਾ ਸਕਦਾ ਹੈ। ਮਨ ਦਾ ਪਾਪੀ, ਮਨ ਦਾ ਚੋਰ ਕਿਸੇ ਦਰਗਾਹ 'ਚ ਬਖਸ਼ਿਆ ਜਾਂਦਾ ਨਹੀਂ। ਇਨ ਦੇਵਤੇ ਜਨ ਤ੍ਰਿਤੀਆ ਜਮ ਜਾਨੋ। ਸਤਿਗੁਰ ਕਹਿੰਦੇ ਇਹ ਹੈ ਤੀਜਾ ਯਮ। ਯਮ 10 ਤਰ੍ਹਾਂ ਦਾ ਨਾ ਜੀ, ਆਪ ਜੀ ਨੇ ਕੱਲ ਸੁਣਿਆ। ਯੋਗ ਦਾ ਇੱਕ ਅੰਗ ਹੈ ਯਮ। ਉਹ ਅੰਗ ਅੱਗੇ ਕਿੰਨੀ ਤਰ੍ਹਾਂ ਫਲੀਭੂਤ ਹੁੰਦਾ ਹੈ। ਕਹਿੰਦੇ ਤੀਜਾ ਹਿੱਸਾ ਹੈ। ਪਹਿਲਾ ਮਨ ਕਰਕੇ ਫਿੱਕਾ ਬੋਲਣਾ, ਮਨ ਕਰਕੇ ਫਿੱਕਾ, ਤਨ ਕਰਕੇ ਫਿੱਕਾ ਬੋਲਣਾ, ਅੰਦਰ ਕੁਛ ਰੱਖਣਾ, ਬੁਰਾ ਸੋਚਣਾ, ਪਹਿਲਾ ਸੀ। ਦੂਜੇ ਦਾ ਜ਼ਿਕਰ ਕੀਤਾ, ਫਿਰ ਕਹਿੰਦੇ ਕਦੇ ਸੱਚ ਬੋਲੀ, ਝੂਠ ਨਾ ਬੋਲੀ, ਦੂਜਾ ਆ ਗਿਆ। ਤੀਜਾ ਕਿਹੜਾ ਹੈ? ਚੋਰੀ ਨਹੀਂ ਕਰਨੀ। ਜੇ ਸਾਨੂੰ ਲੱਗਦਾ ਨਾ ਵੀ ਆਹ ਗੱਲ ਦੱਸਿਆ ਕਿਸੇ ਗਰੀਬ ਦਾ ਭਲਾ ਹੋ ਸਕਦਾ, ਕਿਸੇ ਭਲੇ ਦਾ ਵੀ ਭਲਾ ਹੋ ਜੂ, ਹੁੱਬ ਕੇ ਦੱਸੋ। ਜੇ ਤੁਹਾਨੂੰ ਨੀਂਦ ਨਹੀਂ ਨਾ ਆਉਂਦੀ ਕਿਸੇ ਦਾ ਭਲਾ ਕਰਿਆਂ 'ਚ, ਤੇ ਤੁਹਾਡੇ ਵਰਗਾ ਚੰਗਾ ਇਨਸਾਨ ਕੋਈ ਨਹੀਂ। ਤੇ ਜੇ ਤੁਸੀਂ ਵੇਖ ਰਹੇ ਹੋ ਨਾ ਵੀ ਕਿਸੇ ਦੇ ਦੁੱਖਾਂ ਨੂੰ ਵੇਖ ਕੇ ਖੁਸ਼ ਹੋ ਰਹੇ ਹੋ, ਵੀ ਹੁਣ ਬਣੀ ਗੱਲ, ਅੱਜ ਮੂੰਹ ਉੱਡਿਆ ਪਿਆ, ਅੱਜ ਫਲਾਣਾ ਹੋਇਆ ਪਿਆ, ਕਹਿੰਦੇ ਤੁਹਾਡੇ ਮਨ ਦੀ ਚੋਰੀ ਹੈ। ਉਹ ਬੰਦੇ ਨੇ ਤੁਹਾਡਾ ਮਾੜਾ ਨਹੀਂ ਕਰਨਾ, ਪਰ ਤੁਹਾਨੂੰ ਤੁਹਾਡੇ ਮਨ ਦੀ ਚੋਰੀ ਨੇ ਬੰਨ੍ਹ ਲੈਣਾ ਦਰਗਾਹ 'ਚ। ਉੱਥੇ ਫਿਰ ਜਵਾਬ ਨਹੀਂ ਆਉਣਾ। ਚੌਥੇ ਬ੍ਰਹਮਚਰਜ ਸੁਖ ਸਾਰੂ। ਪਾਤਸ਼ਾਹ ਕਹਿੰਦੇ ਚੌਥਾ ਅੰਗ ਕਿਹੜਾ ਹੈ ਯਮ ਦਾ? ਬ੍ਰਹਮਚਰਜ। ਬ੍ਰਹਮਚਰਜ ਬਹੁਤ ਵੱਡੀ ਚੀਜ਼ ਹੈ। ਤਕਰੀਬਨ ਸਾਡੇ ਜਿੰਨੇ ਵੀ ਪ੍ਰਚਾਰਕ ਨੇ ਅੱਜ ਤੱਕ, ਮੈਂ ਜਿੰਨਿਆਂ ਨੂੰ ਸੁਣਿਆ ਵੇਖਿਆ, ਇਹਨਾਂ ਗੱਲਾਂ ਨੂੰ ਖੋਲ੍ਹਣ ਤੋਂ ਸਾਰੇ ਡਰਦੇ ਆ। ਡਰ ਕਾਹਦਾ ਹੈ? ਗੁਰਬਾਣੀ ਨੇ ਖੋਲ ਕੇ ਚੀਜ਼ਾਂ ਰੱਖੀਆਂ, ਖੋਲ ਕੇ। ਅਸੀਂ ਪਰਦਾ ਪਾਇਆ, ਹਾਏ ਲੋਕ ਕੀ ਕਹਿਣਗੇ। ਉਹ ਲੋਕਾਂ ਦੇ ਕੀ, ਲੋਕ ਤੇ ਕਹਿੰਦੇ ਹੀ ਰਹਿੰਦੇ ਆ। ਕੁਛ ਵੀ ਕਰੋ, ਰੱਬ ਦੀ ਗੱਲ ਸੁਣਾਓਗੇ, ਲੋਕ ਤੁਹਾਨੂੰ ਤਾਂ ਵੀ ਮਾੜਾ ਕਹਿਣਗੇ। ਜੇ ਅਸੀਂ ਨਾਸਤਕ ਹੋ ਕੇ ਫਿਰਾਂਗੇ, ਰੱਬ ਨੂੰ ਨਹੀਂ ਮੰਨਾਂਗੇ, ਫਿਰ ਤੇ ਲੋਕਾਂ ਨੇ ਕਹਿਣਾ ਹੀ ਹੈ। ਕਹਿੰਦੇ ਆ ਨਾ ਲੋਕੀ। ਮੈਂ ਤੇ ਬੜਾ ਕੁਝ ਸੁਣਦਾ ਲੋਕਾਂ ਦਾ, ਅੱਜ ਦਾ ਨਹੀਂ 15 ਸਾਲਾਂ ਤੋਂ ਸੁਣਦਾ ਆਇਆ। ਤੇ ਸੁਣੀਦਾ ਵੀ ਉਹਨਾਂ ਤੋਂ ਜਿਨ੍ਹਾਂ ਦੇ ਆਪਣੇ ਬੱਚੇ ਕਹਿਣੇ ਤੋਂ ਬਾਹਰ ਨੇ ਨਾ। ਉਹ ਕਹਿੰਦੇ ਵੇਖ ਇਹ ਕੀ ਕਰਦਾ ਹੈ। ਭਾਈ ਆਪਣੀ ਔਲਾਦ ਵੇਖ ਕੇ ਆ ਪਹਿਲਾਂ ਕੀ ਕਰਦੀ ਹੈ, ਉਹ ਕਿੰਨੇ ਕੁ ਵੇਲੇ ਪਾਠ ਕਰਦੀ ਹੈ, ਕਿੰਨੀਆਂ ਕਰੌੜਾਂ ਲਾਉਂਦੀ, ਕਿੰਨਾ ਗੁਰੂ ਘਰ ਬਹਿੰਦੀ, ਉਹਨਾਂ ਨਾਲੋਂ ਤੇ 100 ਗੁਣਾ ਚੰਗੇ ਆ। ਰੱਬ ਤੋਂ ਡਰ ਕੇ ਕਹਿੰਦੇ ਆ। ਪਰ ਉਹ ਬੰਦਾ ਗੱਲਾਂ ਕਰਦਾ ਨਾ ਹਮੇਸ਼ਾ, ਕੱਲਾ ਮੈਨੂੰ ਨਹੀਂ, ਹਰ ਪ੍ਰਚਾਰਕ ਨੂੰ, ਇਹ ਇੱਦਾਂ ਕਰਦੇ ਆ, ਉੱਦਾਂ ਕਰਦੇ ਆ। ਤੁਹਾਡੇ ਬੱਚੇ ਮਹੀਨੇ ਵਿੱਚ ਇੱਕ ਦਿਨ ਮੱਥਾ ਟੇਕਣ ਆਉਂਦੇ ਆ? ਕਦੇ ਪੁੱਛਿਆ ਉਹਨਾਂ ਨੂੰ? ਪੁੱਤ ਜਾਂਦੇ ਨਹੀਂ, ਧਰਮ ਨਹੀਂ ਕਮਾਉਂਦੇ, ਤੇ ਗੱਲਾਂ ਲੋਕੀ ਚੱਬ ਕਰਦੇ ਆ, ਸਭ ਦੀਆਂ ਕਰਦੇ ਆ ਜੀ। ਕੋਈ ਗੁਰੂ ਘਰ ਦਾ ਪਾਠੀ ਸਾਈਕਲ ਤੋਂ ਮੋਟਰਸਾਈਕਲ ਤੇ ਆ ਜੇ, ਕਹਿੰਦੇ ਗੁਰਦੁਆਰਾ ਲੁੱਟ ਲਿਆ, ਕਰ ਲਿਆ ਇਹਨੇ ਕੁਛ। ਜੇ ਉਹਨੇ ਕਿਤੇ ਗੱਡੀ ਲੈ ਲਈ, ਕਹਿੰਦੇ ਹਾਏ ਪਤਾ ਨਹੀਂ ਕੀ ਕਰਦਾ ਰਹਿੰਦਾ, ਦਿਨ ਰਾਤੀ ਤੁਰਿਆ ਰਹਿੰਦਾ ਇੱਥੇ। ਜੇ ਕੋਈ ਸ਼ਰਾਬ ਪੀਂਦਾ, ਕਹਿੰਦੇ ਹਾਏ ਸ਼ਰਾਬੀ, ਤੇਰੇ ਘਰੋਂ ਪੀਂਦਾ ਹੈ। ਸਮਾਜ ਕਿੱਥੇ ਖੜੇ ਹੈ? ਅੱਜ ਸਾਡੇ ਕੋਲ ਆਪਣਾ ਜੀਵਨ ਸਵਾਰਨ ਦਾ ਸਮਾਂ ਨਹੀਂ ਹੈ। ਲੋਕਾਂ ਦੇ ਕੱਪੜੇ ਧੋਣ ਅਸੀਂ ਹਰ ਵੇਲੇ ਲੱਗੇ ਹੋਏ ਹਾਂ, ਨਹੀਂ ਕਰਨੇ ਚਾਹੀਦੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਰਾਜਨ ਇਹਨਾਂ ਚੀਜ਼ਾਂ ਤੋਂ ਬਚਣਾ ਹੈ। ਜੇ ਤੇਰਾ ਮਨ ਖਿਆਲਾਂ 'ਚ ਹੀ ਲੱਗਿਆ ਰਿਹਾ ਨਾ, ਬੁਰਾ ਕਰੇਗਾ। ਹੁਣ ਵਿਹਲਾ ਮਨ ਕੀ ਕਰਦਾ ਹੈ? ਬ੍ਰਹਮਚਰਜ ਵਾਲੇ ਪਾਸੇ ਤੁਰਿਆ ਫਿਰਦਾ। ਤਕਰੀਬਨ ਅੱਜ ਸਮਾਜ ਵਿੱਚ ਜਿਹੜੀ ਗੱਲ ਗੁਰੂ ਸਾਹਿਬ ਹੁਣ ਦੱਸਣ ਲੱਗੇ ਆ ਨਾ, ਕੋਈ ਆ ਲੱਖ ਆਖੇ ਮੈਂ ਧਰਮੀਆਂ, 99% ਦੁਨੀਆ ਦਾ ਆ ਹਾਲ ਹੈ ਜੋ ਮੇਰੇ ਬਾਬਾ ਗੁਰੂ ਨਾਨਕ ਪਾਤਸ਼ਾਹ ਬਿਆਨ ਕਰ ਰਹੇ ਆ। ਕੋਈ ਰਾਜਾ ਹੋਵੇ, ਫਕੀਰ ਹੋਵੇ, ਬਚਦਾ ਸਿਰਫ ਉਹ ਹੈ ਜਿਹਨੂੰ ਗੁਰੂ ਬਚਾਵੇ। ਵੱਡੀ ਗੱਲ ਹੈ, ਜਿਹਨੂੰ ਸਤਿਗੁਰ ਬਚਾਉਣ, ਕੇਵਲ ਉਹ ਹੀ ਬਚਦਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਕੇ ਆਪ ਰੱਖਣ, ਉਹ ਹੀ ਰਹਿੰਦਾ ਏ। ਬਾਕੀ ਸਾਰਾ ਸੰਸਾਰ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨਾ। ਮਹਾਰਾਜ ਕਹਿੰਦੇ ਸੁਖੀ ਨਹੀਂ ਹੈ ਮੈਂ ਸਾਰਾ ਸੰਸਾਰ ਵੇਖ ਲਿਆ। ਜਿੱਥੇ ਵੇਖਾਂ ਕਿਸ ਪੈ ਖੋਲੋ ਗੰਠੜੀ, ਦੁਖੀ ਭਰਿਆ ਆ। ਕਿਸ ਸ਼ਬਦ ਵਰਤਿਆ?
ਕਹਿੰਦੇ ਮੈਂ ਜਿਹਦੇ ਕੋਲ ਜਾ ਕੇ ਆਪਣਾ ਦੁੱਖ ਦੱਸਾਂ ਉਹ ਕਹਿੰਦਾ ਤੇਰਾ ਤੇ ਦੁੱਖ ਕੁਛ ਨਹੀਂ, ਮੈਂ ਤੇ ਮਰਨ ਵਾਲਾ ਹੋਇਆ ਪਿਆ, ਮੈਂ ਤੇ ਤੈਥੋਂ ਵੱਧ ਦੁਖੀ ਆ। ਕਿਹਦੇ ਕੋਲ ਜਾ ਕੇ ਰੋਵਾਂ, ਕਿਹਨੂੰ ਜਾ ਕੇ ਦੁੱਖ ਦੱਸਾਂ? ਗੁਰੂ ਬਾਬਾ ਜੀ ਦੇ ਬਚਨਾਂ ਨੂੰ ਰਾਜੇ ਨੇ ਬੜੇ ਪਿਆਰ ਨਾਲ ਤੇ ਉਹਦੀ ਰਾਣੀ ਚੰਦ ਕਲਾ ਵੀ ਸੁਣਦੀ ਹੈ। ਗੁਰਮੁਖੋ ਜਦੋਂ ਇਹਨਾਂ ਗੱਲਾਂ ਨੂੰ ਖੁੱਲ੍ਹ ਕੇ ਸਮਝਾਂਗੇ ਨਾ ਫਿਰ ਸਮਝ ਆਉਂਦੀ ਆ ਮਨ ਦੀਆਂ ਸ਼ੈਤਾਨੀਆਂ ਕੀ ਨੇ, ਅਜੇ ਤੱਕ ਜੋ ਸਮਝ ਨਹੀਂ ਆਉਂਦੀਆਂ। ਜੀਤਨ ਕਾਮ ਅਸ਼ਟ ਪ੍ਰਕਾਰੂ। ਸਤਿਗੁਰ ਕਹਿੰਦੇ ਬ੍ਰਹਮਚਰਜ ਕਹਿੰਦੇ ਆ ਜੀ ਕਾਮ ਨੂੰ। ਕਾਮ ਤੋਂ ਸਾਰੇ ਡਰਦੇ ਆ, ਪਰ ਬਾਣੀ ਪੜ੍ਹਦੇ ਉੱਚੀ ਉੱਚੀ ਅਸ਼ਟਪਦੀ ਪੜ੍ਹਨਗੇ ਸ਼ਲੋਕ। ਕਾਮ ਕ੍ਰੋਧ ਯਾਰ ਲੋਭ ਮੋਹ ਬਿਨ ਸਜਾਏ ਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਬੜਾ ਪੜ੍ਹਦੇ ਆ ਉੱਚੀ ਉੱਚੀ, ਪਰ ਜਿੱਦਣ ਕਾਮ ਦੀ ਗੱਲ ਆ ਜੇ ਨਾ ਸੋਚੀਦਾ ਰਹਿਣ ਦੇ, ਕਾਹਨੂੰ ਸੁਣਨਾ ਹੈ, ਕਾਹਨੂੰ ਬੋਲਣਾ ਹੈ। ਕਿਉਂ? ਕਿਉਂਕਿ ਹਰ ਬੰਦਾ ਕਾਮੀ ਹੈ, ਜਿਹਨੂੰ ਰੱਬ ਬਚਾਵੇ ਸਿਰਫ ਉਹ ਬਚਦਾ ਜੀ। ਬਾਰ-ਬਾਰ ਮੈਂ ਇਹ ਗੱਲ ਕਹਿਣਾ ਕਿਉਂਕਿ ਇਹ ਕਲਯੁਗ ਦੀ ਵਾਰਤਾ ਹੈ, ਕਲਯੁਗ ਦੇ ਹਾਲਾਤ ਨੇ। ਜਿਹਨੂੰ ਗੁਰੂ ਨਾਨਕ ਬਚਾਉਣਗੇ ਉਹ ਹੀ ਬਚੇਗਾ। ਤੇ ਕਈ ਵਾਰ ਸਾਨੂੰ ਹੁੰਦਾ ਵੀ ਜੇ ਗੱਲ ਚੱਲ ਪਈ ਕਿਤੇ ਸਾਡੇ ਤੇ ਨਾ ਉਂਗਲ ਚੁੱਕ ਲੈ ਕੋਈ। ਹਰ ਜੀਵਨ ਵਿੱਚ ਕਾਮ ਹੈ। ਸਤਿਗੁਰ ਕਹਿੰਦੇ ਕਾਮ ਨੇ ਸਾਰੀ ਦੁਨੀਆ ਨੂੰ ਅੰਨ੍ਹਿਆ ਕੀਤਾ, ਪਰ ਸਾਧੂ ਨੇ ਬਚਣਾ ਹੈ, ਰੱਬ ਦੇ ਪਿਆਰੇ ਨੇ ਬਚਣਾ ਹੈ। ਤੇ ਅੱਜ ਤਕਰੀਬਨ ਜੋ ਆਪਾਂ ਵੇਖਦੇ ਹਾਂ ਸਿਰਜਿਆ ਹੋਇਆ ਸਮਾਜ, ਇੱਥੇ ਵੱਡੇ ਵੱਡੇ ਲੋਕ ਜਿਨ੍ਹਾਂ ਦੇ ਨਾਮ ਪਿੱਛੇ ਵੀ ਰਾਮ ਲੱਗਦਾ ਸੀ ਜੇਲ੍ਹਾਂ 'ਚ ਬੈਠੇ ਆ। ਕਿਹਦੇ ਪਿੱਛੇ? ਕਾਮ ਪਿੱਛੇ। ਕਾਮ ਕੀ ਹੈ ਅੱਜ ਤੱਕ ਸਮਝ ਨਹੀਂ ਕਿਸੇ ਨੂੰ ਆਇਆ। ਗੁਰਬਾਣੀ ਨੇ ਲਿਖਿਆ ਨਿਮਖ ਕਾਮ ਸਵਾਦ ਕਾਰਨ ਕੂਟ ਦਿਨਸ ਦੁੱਖ ਪਾਵੈ, ਘਰੀ ਬਹੁਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ। ਕਹਿੰਦੇ ਇੱਕ ਸੈਕਿੰਡ ਕਾਮ ਦੇ ਸੁੱਖ ਵਾਸਤੇ ਬੰਦਾ ਦੁੱਖ ਪਾਉਂਦਾ ਜਨਮਾਂ ਜਨਮਾਂ ਦੇ, ਫਿਰ ਪਛਤਾਉਂਦਾ ਵੀ ਹੈ। ਗੁਰੂ ਸਾਹਿਬ ਕਹਿੰਦੇ ਇਹ ਕਾਮ ਇੱਕ ਤਰ੍ਹਾਂ ਦਾ ਨਹੀਂ ਹੈ, 8 ਪ੍ਰਕਾਰ ਦਾ ਕਾਮ ਹੈ, 8 ਤਰ੍ਹਾਂ ਦਾ। ਤੇ ਸਾਨੂੰ ਲੱਗਦਾ ਕਾਮ ਇੱਕ ਤਰ੍ਹਾਂ ਦਾ ਜੀ। ਮਰਦ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਤੇ 5 ਨੇ ਜੀ। ਕ੍ਰੋਧ ਲੱਗ ਗਏ, ਹੰਕਾਰ ਲੱਗ ਗਏ, ਲੋਭ ਲੱਗ ਗਏ। ਨਹੀਂ, ਗੁਰੂ ਪਾਤਸ਼ਾਹ ਕਹਿੰਦੇ ਕਾਮ ਬ੍ਰਹਮਚਰਜ 8 ਤਰ੍ਹਾਂ ਦਾ ਹੈ। ਹਰ ਬੱਚੇ ਤੋਂ ਲੈ ਕੇ ਬੱਚੀ ਤੱਕ, ਬਜ਼ੁਰਗ ਤੋਂ ਲੈ ਕੇ ਬੁਢਾਪੇ ਤੱਕ ਸਾਰਿਆਂ ਤੇ ਹੈ, ਸਭ ਤੇ ਪ੍ਰਬਲ ਹੈ। ਬਚਦਾ ਇਹ ਤੋਂ ਕੋਈ? ਵਿਸ਼ਨੂੰ ਦਾ ਇਤਿਹਾਸ ਪੜ੍ਹ ਲਓ, ਪਤਾ ਲੱਗ ਜਾਣਾ ਹੈ। ਬ੍ਰਹਮਾ ਜੀ ਦਾ ਪੜ੍ਹ ਲਓ, ਆਪਣੀ ਸਪੁੱਤਰੀ ਸੀ ਸਰਸਵਤੀ ਕਿੱਦਾਂ ਡੋਲ ਗਿਆ। ਇਹ ਚੀਜ਼ਾਂ ਸਮਝਣ ਵਾਲੀਆਂ ਨੇ। ਗੁਰਬਾਣੀ ਨੇ ਪ੍ਰਮਾਣ ਦੇ ਕੇ ਸਮਝਾਇਆ ਹੈ। 33 ਕਰੋੜ ਦੇਵੀ ਦੇਵਤਿਆਂ ਦਾ ਮਾਲਕ ਰਾਜਾ ਇੰਦਰ, ਸਹਿਸ ਸਰੀਰ ਚਿਹਨ ਭਗ ਹੋਏ, ਤਾਂ ਮਨ ਪਛੋਤਾਇਆ। ਬਾਣੀ ਨਿੱਤ ਪੜ੍ਹਦੇ ਆ, ਨਿੱਤ ਸੁਣਦੇ ਆ, ਪਰ ਮਨ ਸਮਝਦਾ ਨਹੀਂ ਹੈ। ਮਨ ਕਹਿੰਦਾ ਛੱਡ ਪਰਾਂ, ਇਹਨਾਂ ਪੰਕਤੀਆਂ ਨੂੰ ਹੌਲੀ ਹੌਲੀ ਪੜ੍ਹੋ, ਲੋਕ ਕੀ ਕਹਿਣਗੇ। ਇੱਥੇ ਡਰ ਲੱਗਦਾ ਸਾਨੂੰ ਆ ਕੇ, ਲੋਕੀ ਕੀ ਕਹਿਣਗੇ। ਪਰ ਗੁਰੂ ਬਾਬਾ ਜੀ ਕਹਿੰਦੇ 8 ਪ੍ਰਕਾਰ ਦਾ ਕਾਮ ਹੈ। ਭਾਈ ਬਾਲਾ ਜੀ ਨੇ ਵੀ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰਕੇ ਦੱਸ ਦਿਓ। ਇਹ ਸਾਧੂ ਦਾ ਜੀਵਨ ਹੈ, ਜਿਹਨੂੰ ਆਪਾਂ ਪੂਜਦੇ ਆ ਨਾ ਵੀ ਰੱਬ ਦੇ ਪਿਆਰੇ ਰੱਬ ਵਰਗੇ ਹੁੰਦੇ। ਕਿਵੇਂ ਹੁੰਦੇ ਆ? ਅੱਜ ਉਹ ਦੱਸਦੇ ਹਨ। ਪ੍ਰਥਮੈ ਤ੍ਰਿਆ ਕੀ ਬਾਤੈਂ ਕਰਨੀ। ਪਹਿਲਾ ਕਾਮ ਕੀ ਹੈ? ਮਰਦ ਲਈ ਔਰਤ। ਪ੍ਰਥਮੈ ਤ੍ਰਿਆ ਕੀ ਬਾਤੈਂ ਕਰਨੀ। ਕਹਿੰਦੇ ਬੰਦੇ ਜਦ ਵੀ ਬਹਿੰਦੇ ਆ, ਮਾਫ ਕਰਿਓ ਜੀ, ਕੌੜਾ ਸੱਚ ਹੈ, ਚੁੱਭਦਾ ਚੁੱਭੀ ਜਾਏ। ਕਿਤੇ ਬੁੱਢੇ ਬਾਬੇ ਕੈਨੇਡਾ ਵੀ ਬੈਠੇ ਬੀਬੀਆਂ ਦੀ ਗੱਲਾਂ ਕਰੀ ਜਾਂਦੇ ਆ, ਪੁੱਛੋ ਸੱਚ ਹੈ ਕਿ ਝੂਠ ਹੈ? ਕੋਈ ਹੋਊ ਬਚਿਆ ਹੋਇਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਹਿੰਦੇ ਔਰਤਾਂ ਦੀਆਂ ਬਾਤਾਂ ਕਰਨੀਆਂ, ਗੱਲਾਂ ਕਰਨੀਆਂ, ਉਹਨਾਂ ਬਾਰੇ ਸੁਣਨਾ। ਗੱਲਾਂ ਮਰਦਾਂ ਦਾ ਜ਼ਿਕਰ ਨਹੀਂ ਹੈ, ਔਰਤਾਂ ਵੀ ਬੜੀਆਂ ਐਸੀਆਂ ਗੱਲਾਂ ਕਰਦੀਆਂ ਨੇ ਜਿਨ੍ਹਾਂ ਤੋਂ ਮਰਦ ਅਣਜਾਣ ਹਨ। ਇਹਨਾਂ ਨੂੰ ਪਤਾ ਹੈ। ਮਤਲਬ ਔਰਤ ਮਰਦ ਦੀਆਂ ਗੱਲਾਂ ਕਰਦੀ ਹੈ, ਮਰਦ ਔਰਤ ਦੀਆਂ ਗੱਲਾਂ ਕਰਦਾ ਹੈ। ਕਰਨੀਆਂ ਕਿਵੇਂ? ਛੁਪ ਛੁਪ ਕੇ, ਲੁਕ ਲੁਕ ਕੇ। ਕਹਿੰਦੇ ਇਹ ਕਾਮ ਪਹਿਲਾ ਏ। 8 ਤਰ੍ਹਾਂ ਦਾ ਕਾਮ ਜਿਹਦਾ ਜ਼ਿਕਰ ਕਰਦੇ ਆ। ਸਭ ਤੋਂ ਪਹਿਲਾਂ ਤੇ ਇਹੀ ਹੈ ਵੀ ਕਿਸੇ ਦੀਆਂ ਗੱਲਾਂ ਕਰਨੀਆਂ। ਤੁਸੀਂ ਜਿਹਨੂੰ ਪਸੰਦ ਕਰਦੇ ਹੋ, ਕੋਈ ਵੀ ਹੋ ਸਕਦਾ ਹੈ, ਤੁਸੀਂ ਪਹਿਲਾਂ ਉਹਦੇ ਬਾਰੇ ਗੱਲ ਕਰੋਗੇ, ਉਹਦੇ ਬਾਰੇ ਜਾਣਨਾ ਕਿਸੇ ਹੋਰ ਤੋਂ ਚਾਹੋਗੇ, ਹੌਲੀ ਹੌਲੀ ਉਹਦੇ ਨਾਲ ਗੱਲ ਕਰੋਗੇ। ਕਹਿੰਦੇ ਇਹ ਤੋਂ ਸਾਧੂ ਦੂਰ ਹਨ। ਰੱਬ ਦੇ ਪਿਆਰੇ ਨਾਮ ਜਪਣ ਵਾਲੀਆਂ ਰੂਹਾਂ, ਲੜਕੀਆਂ ਔਰਤਾਂ ਨਾਲ ਕਦੇ ਗੱਲਾਂ ਹੀ ਨਹੀਂ ਕਰਦੇ। ਜੇ ਕਰਨਗੇ ਨਜ਼ਰ ਨੀਵੀਂ ਕਰਕੇ ਪਰਿਵਾਰ 'ਚ ਬਹਿ ਕੇ। ਕਹਿੰਦੇ ਪਹਿਲਾ ਕਾਮ ਹੈ ਜੋ 8 ਤਰ੍ਹਾਂ ਦਾ ਏ। ਕਹਿੰਦੇ ਔਰਤਾਂ ਦੀਆਂ ਗੱਲਾਂ ਕਰਨੀਆਂ, ਔਰਤਾਂ ਬਾਰੇ ਗੱਲਾਂ ਸੁਣਨੀਆਂ।
ਸੁਣ ਸੁਣ ਕੇ ਆਪਣੇ ਆਪ ਨੂੰ ਖੁਸ਼ ਕਰਨਾ ਏ। ਦੂਜੇ ਸੁਣ ਸੁਣ ਮਨ ਮਹਿ ਧਰਨੀ। ਕਹਿੰਦੇ ਦੂਜਾ ਫਿਰ ਪਹਿਲਾਂ ਤੇ ਗੱਲਾਂ ਕੀਤੀਆਂ, ਫਿਰ ਦੂਜੀਆਂ ਸੁਣ ਕੇ ਮਨ ਵਿੱਚ ਪੱਕੀਆਂ ਕਰ ਲੀਆਂ ਵੀ ਕਿਸੇ ਨੇ ਕਿਹਾ ਫਲਾਣਾ ਇੱਦਾਂ ਏ ਫਲਾਣੀ ਇੱਦਾਂ ਏ, ਉਹ ਵਧੀਆ ਲੱਗਿਆ ਸੁਣ ਕੇ, ਸੁਣਿਆ। ਹੁਣ ਸੁਣਨ ਦੇ ਵਿੱਚ ਹੀ ਬੁਰਾਈ ਤੇ ਚੰਗਿਆਈ ਆਈ। ਬੰਦੇ ਨੇ ਕਿਹਾ ਇਹਦਾ ਕਰੈਕਟਰ ਮਾੜਾ ਇਹਦਾ ਚੰਗਾ। ਇਹ ਧਰਮ ਦੀ ਦੁਨੀਆ 'ਚ ਵੀ ਹੈ। ਕੋਈ ਬੰਦਾ ਨਾ ਆਪ ਗਲਤ ਨਹੀਂ ਹੈ, ਪਰ ਉਹ ਚਸਕੇ ਲੈ ਲੈ ਗੱਲਾਂ ਕਰਦਾ, ਫਲਾਣਾ ਫਲਾਣੇ ਕੋਲ ਖੜਦਾ, ਫਲਾਣਾ ਇਹ ਸੋਚਦਾ, ਉਹਦੀ ਆਹ ਗੱਲਬਾਤ ਹੈ। ਰੱਬ ਤੋਂ ਡਰੀਏ। ਮਰਦ ਕਹਿੰਦੇ ਕਾਮ ਦਾ ਹਿੱਸਾ ਏ। ਜੇ ਬੰਦਿਆ ਤੇਰੇ ਜੀਵਨ ਵਿੱਚ ਇਹ ਗੱਲਾਂ ਚੱਲਦੀਆਂ ਨੇ, ਤੂੰ ਬਚਿਆ ਹੀ ਕਦੇ ਨਹੀਂ। ਪਹਿਲਾਂ ਤੇ ਬੋਲਿਆ। ਹੁਣ ਸੁਭਾਵਿਕ ਗੱਲ ਹੈ, ਗੁਰੂ ਸਾਹਿਬ ਮਰਦਾਂ ਬਾਰੇ ਸਮਝਾਉਂਦੇ ਆ ਤੇ ਔਰਤਾਂ ਦੇ ਬਾਰੇ ਬਰਾਬਰ ਚੱਲੇਗੀ, ਕਿਉਂਕਿ ਗੁਰਬਾਣੀ ਨੇ ਕਦੇ ਕਿਸੇ ਨਾਲ ਫਰਕ ਨਹੀਂ ਰੱਖਿਆ ਵੀ ਇਕੱਲਾ ਮਰਦਾਂ ਨੂੰ ਉਪਦੇਸ਼ ਹੈ ਤੇ ਭੈਣਾਂ ਨੂੰ ਨਹੀਂ ਹੈ। ਇੱਕੋ ਗੱਲ ਹੈ, ਬਿਰਤੀ ਇੱਕੋ ਜਿਹੀ ਹੈ ਸਾਰਿਆਂ ਦੀ। ਕਹਿੰਦੇ ਮਰਦਾਂ ਨੇ ਇਕੱਠੇ ਹੋ ਕੇ ਔਰਤਾਂ ਦੀਆਂ ਗੱਲਾਂ ਕੀਤੀਆਂ ਤੇ ਫਿਰ ਦੂਜਾ ਸੁਣੀਆਂ, ਸੁਣ ਕੇ ਰਿਐਕਸ਼ਨ ਦਿੱਤਾ। ਕਿਸੇ ਨੇ ਕਿਹਾ ਮੈਨੂੰ ਉਹ ਚੰਗਾ ਲੱਗਿਆ, ਇੱਦਾਂ ਲੱਗਿਆ, ਮਨ 'ਚ ਵਸਾ ਲਿਆ। ਕਹਿੰਦੇ ਦੋ ਪ੍ਰਕਾਰ ਦਾ ਕਾਮ ਮਨੁੱਖ ਨੂੰ ਹਰ ਵੇਲੇ ਸਤਾਉਂਦਾ ਏ। ਤੀਜੇ ਤੇ ਇਕਾਂਤ ਮਿਲ ਬੈਸਨ। ਕਹਿੰਦੇ ਫਿਰ ਤੀਜਾ ਕਾਮ ਕੀ ਸੀ ਅੱਗੇ? ਅਵਸਥਾ ਕਿਹੜੀ ਆਈ ਤੀਜੀ? ਇਹ 'ਚ ਵੀ ਅਵਸਥਾਵਾਂ ਨੇ। ਕਹਿੰਦੇ ਜਿਹਦੇ ਬਾਰੇ ਬੋਲਿਆ, ਜਿਹਦੇ ਬਾਰੇ ਸੁਣਿਆ, ਤੀਜੀ ਕਾਮ ਦੀ ਇੱਛਾ ਪੈਦਾ ਹੋਈ, ਮੈਂ ਉਸ ਔਰਤ ਨੂੰ, ਉਸ ਲੜਕੀ ਨੂੰ ਇਕੱਲਿਆਂ ਮਿਲ ਕੇ ਗੱਲ ਕਰਾਂ। ਸੱਚ ਹੈ ਜਾਂ ਝੂਠ ਹੈ ਜੀ? ਗੁਰੂ ਸਾਹਿਬ ਦੱਸਦੇ ਆ। ਕਹਿੰਦੇ ਹਰ ਮਨੁੱਖ ਦੇ ਮਨ ਦੀ ਚੇਸ਼ਟਾ ਹੈ, ਉਹ ਕਿਸੇ ਲਈ ਵੀ ਹੋ ਸਕਦਾ ਹੈ। ਮੈਂ ਫਿਰ ਕਹਿੰਦਾ ਮਰਦ ਜਾਂ ਔਰਤ ਦੋਨਾਂ ਲਈ ਬਰਾਬਰ ਹੈ, ਪੈਰਲਲ ਹੈ। ਉਪਦੇਸ਼ ਗੁਰੂ ਸਾਹਿਬ ਦਾ ਹੈ। ਕਹਿੰਦੇ ਰਾਜਨ ਇਹਦੇ ਤੋਂ ਬਚਣਾ ਹੈ। ਔਰਤਾਂ ਬਾਰੇ ਸੁਣਿਆ, ਬੋਲਿਆ, ਫਿਰ ਮਿਲਣ ਦੀ ਇੱਛਾ ਜ਼ਾਹਰ ਕੀਤੀ, ਮਿਲ ਕੇ ਉਸ ਔਰਤ ਤੋਂ ਆਪਣੀ ਤਾਰੀਫ ਸੁਣੀ। ਇਹੀ ਸੁਣਨਾ ਚਾਹੁੰਦਾ ਸੀ ਬੰਦਾ, ਮੈਂ ਕਿਹੋ ਜਿਹਾ, ਤੁਹਾਨੂੰ ਮੈਂ ਕਿਵੇਂ ਦਾ ਲੱਗਿਆ। ਕਹਿੰਦੇ ਇਸ ਕਾਮ ਨੇ ਫਿਰ ਚੌਥੇ ਕਾਮ ਨੂੰ ਜਨਮ ਦਿੱਤਾ, ਜਿਸ ਕਾਮ ਨੇ ਸਾਰੀ ਦੁਨੀਆ ਸਤਾਈ ਹੋਈ ਹੈ। ਆਪਾਂ ਕਾਮ ਕਾਮ ਕਹਿੰਦੇ ਆ, ਰਾਮ ਰਾਮ ਕਹਿੰਦੇ ਆ, ਨਾ ਸਾਨੂੰ ਰਾਮ ਦੀ ਸਮਝ, ਨਾ ਸਾਨੂੰ ਕਾਮ ਦੀ ਸਮਝ। ਜਿਹੜੇ ਕੰਮ ਕਰਦੇ ਆ ਉਹਨੂੰ ਅਸੀਂ ਕਾਮ ਹੀ ਨਹੀਂ ਮੰਨਦੇ। ਅਸੀਂ ਕਹਿੰਦੇ ਆ ਜੀ ਲੋ ਰਿਸ਼ਤਿਆਂ ਦੇ ਵਿੱਚ ਰਹਿਣਾ ਕਾਮ ਹੈ, ਆ ਵੀ ਤੇ ਕਾਮ ਹੈ। ਗੁਰਬਾਣੀ ਲਿਖ ਰਹੀ ਹੈ ਨੇ ਇਹਨਾਂ ਦੇ ਬਾਰੇ, ਦੇਖ ਪਰਾਈਆਂ ਚੰਗੀਆਂ। ਕਹਿੰਦੇ ਵੇਖਦਾ ਫਿਰਦਾ ਹੈ, ਪਰ ਜੇ ਵੇਖੇਗਾ ਤੇ ਚੰਗਾ ਸਮਝ ਕੇ ਵੇਖੀ। ਮਾਵਾਂ ਭੈਣਾਂ ਧੀਆਂ ਜਾਣਾ, ਧੀਆਂ ਜਾਣ ਕੇ ਵੇਖੀ, ਬਚ ਜਾਏਗਾ ਇਸ ਕੰਮ ਤੋਂ, ਬਚ ਜਾਏਗਾ ਇਸ ਚੀਜ਼ ਤੋਂ। ਕਹਿੰਦੇ ਤਿੰਨ ਪ੍ਰਕਾਰ ਦਾ ਇਹ ਕਾਮ ਸੀ, ਚੌਥੇ ਨੂੰ ਜਨਮ ਦੇ ਰਿਹਾ ਹੈ। ਮਨੁੱਖ ਤ੍ਰਿਆ ਨੂੰ ਮਿਲਣਾ ਚਾਹੁੰਦਾ ਹੈ, ਇਸਤਰੀ ਨੂੰ ਮਿਲਣਾ ਚਾਹੁੰਦਾ ਹੈ, ਔਰਤ ਨੂੰ ਮਿਲਣ ਦੇ ਵਾਸਤੇ ਹਰ ਵੇਲੇ ਲੋਚਦਾ ਏ। ਚੌਥੇ ਹੋਵਤ ਅੰਗ ਸਪਰਸ਼ਨ। ਇਹ ਤੋਂ ਬਾਅਦ ਕਹਿੰਦੇ ਚੌਥਾ ਪ੍ਰਗਟ ਹੋਇਆ ਅੰਗਾਂ ਦੀ ਸਪਰਸ਼ਤਾ, ਹੱਥ ਮਿਲਾਉਣਾ, ਗੱਲਾਂ ਕਰਨੀਆਂ, ਮੁਖੜੇ ਤੇ ਹੱਥ ਲਾਉਣਾ। ਕਹਿੰਦੇ ਇਹ ਚੀਜ਼ਾਂ ਸਾਧੂ ਦੇ ਜੀਵਨ ਵਿੱਚ ਨਹੀਂ ਹੁੰਦੀਆਂ, ਸੰਤ ਦੇ ਵਿੱਚ, ਰੱਬ ਦੇ ਪਿਆਰੇ ਵਿੱਚ ਬਿਲਕੁਲ ਨਹੀਂ। ਨਥਿੰਗ, ਹੋ ਹੀ ਨਹੀਂ ਸਕਦੀਆਂ। ਕਿਹਦੇ ਵਿੱਚ ਹੋਣਗੀਆਂ? ਸਾਡੇ ਵਰਗੇ ਸਾਰੇ ਲੋਕਾਂ 'ਚ ਇਹ ਮੰਨਣਾ ਪੈਣਾ ਹੈ। ਉਹ ਅਲੱਗ ਗੱਲ ਹੈ ਜੀ, ਅਸੀਂ ਚੰਗੇ ਬਣ ਕੇ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਮੈਂ ਕਹਿੰਦਾ ਜਿਹੋ ਜੇ ਹਾਂ ਐਜ਼ ਇਟ ਇਜ਼ ਉੱਦਾਂ ਦਾ ਰਹਿਣਾ ਚਾਹੀਦਾ। ਜੇ ਸਾਡੇ 'ਚ ਕੋਈ ਕਮੀ ਹੋਊ ਲੋਕ ਗੱਲਾਂ ਕਰਨਗੇ, ਨਹੀਂ ਹੋਊਗੀ ਕਰਨਗੇ ਤੇ ਸਾਡੇ ਪਾਪ ਤੋਂ ਹੀ ਜਾਣਗੇ। ਪਰ ਰਹੋ ਸਪਸ਼ਟ, ਇਹ ਬੋਝ ਆ ਸਾਡੇ ਉੱਤੇ। ਕਾਮੀ ਵੀ ਹੈ ਬੰਦਾ ਪਰ ਛਪਾਉਂਦਾ ਹੈ। ਬਾਣੀ ਨੇ ਕਹਿ ਦਿੱਤਾ ਇਸ ਅਵਸਥਾ ਬਾਰੇ, ਅਨਕ ਪਰਦੇ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਕਹਿੰਦੀ ਮਿਲਣਾ ਚਾਹੁੰਦਾ ਹੈ, ਪਰਦਿਆਂ 'ਚ ਵਿਕਾਰ ਕਰਦਾ ਏ ਤੇ ਇੱਕ ਨਾ ਇੱਕ ਦਿਨ ਇਹ ਪ੍ਰਗਟ ਹੋ ਜਾਣੇ ਆ। ਇੱਥੇ ਨਹੀਂ ਹੋਣਗੇ, ਦਰਗਾਹ 'ਚ ਹੋ ਜਾਣੇ। ਉੱਥੇ ਤੇ ਗਿਣਤੀ ਹੈ ਨਾ, ਉੱਥੇ ਤੇ ਧਰਮਰਾਜ ਸਭ ਕੁਝ ਜਾਣਦਾ ਏ। ਧਰਮਰਾਜ ਕੋਈ ਅੰਤਰਜਾਮੀ ਨਹੀਂ। ਤੇਰੇ ਮਨ ਦੀ ਰਿਕਾਰਡਿੰਗ ਹੈ ਜਿਹੜੀ ਉਹਦੇ ਸਾਹਮਣੇ ਫਾਈਲ ਪੇਸ਼ ਹੋ ਗਈ, ਉਹਨੇ ਖੋਲ੍ਹ ਕੇ ਵੇਖ ਲੈਣਾ ਕੀ ਕੀ ਕਦੋਂ ਸੋਚਦਾ ਸੀ ਤੇ ਕਰਦਾ ਸੀ। ਮਨ ਦੀਆਂ ਬੁਰਾਈਆਂ ਨਾ ਮਨ ਲੋਚੇ ਬੁਰਾਈਆਂ, ਗੁਰ ਸ਼ਬਦੀ ਉਹ ਮਨ ਹੋੜੀ ਹੈ। ਸਾਹਿਬ ਕਹਿੰਦੇ ਬੁਰਾਈਆਂ ਲੋਚਦਾ ਹੈ, ਇਹਨੂੰ ਚੰਗੇ ਪਾਸੇ ਚਲਾਇਆ ਕਰ। ਕਹਿੰਦੇ ਸਪਰਸ਼ਤਾ ਕਰਨੀ ਚਾਹੁੰਦਾ ਏ, ਸਰੀਰਾਂ ਦਾ ਮਿਲਣ ਚਾਹੁੰਦਾ ਏ। ਪੰਚਮ ਹਿਤ ਕਰ ਦੇਖੈ ਤੇ ਕੋ। ਕਹਿੰਦੇ ਪੰਜਵਾਂ ਕਾਮ ਹੈ, ਹਿਤ ਕਰਕੇ, ਪ੍ਰੇਮ ਕਰਕੇ ਔਰਤ ਨੂੰ ਵੇਖਦਾ ਰਹਿੰਦਾ। ਜਿਉਂ ਜਿਉਂ ਵੇਖੀ ਜਾਂਦਾ ਸੋਹਣੀ ਲੱਗੀ ਜਾਂਦੀ ਹੈ, ਮਨ ਤੇ ਚੜ ਰਿਹਾ ਉਹ ਰੂਪ। ਹੁਣ ਜਿੱਥੇ ਵੇਖਦਾ ਨੂੰ ਉਹੋ ਜਿਹਾ ਹੀ ਦਿਸਦਾ ਹੈ। ਔਰਤਾਂ ਲਈ ਮਰਦ ਸੇਮ ਗੱਲ ਹੈ।
ਕਹਿੰਦੇ ਬੰਦਾ ਭਗਤੀ ਨਾਲ ਜੁੜੂ ਕਿਵੇਂ? ਬੰਦਾ ਤੇ ਇੱਥੇ ਖੱਚਤ ਹੋਇਆ ਫਿਰਦਾ। ਕਿਉਂ ਕਿਹਾ ਜਾਂਦਾ ਬਹੁਤੇ ਸ਼ਿੰਗਾਰ ਨਾ ਕਰੋ, ਸਾਦਗੀ ਚ ਰਹੋ। ਇਨ੍ਹਾਂ ਗੱਲਾਂ ਕਰਕੇ ਗੁਰੂ ਬਾਣੀ ਨੇ ਸਾਨੂੰ ਬਾਰ-ਬਾਰ ਸਮਝਾਇਆ, ਸਿੱਖਾ ਸਾਦਗੀ ਦਾ ਭੋਜਨ, ਸਾਦਗੀ ਦਾ ਪਹਿਨਣਾ। ਕਿਉਂਕਿ ਜੇ ਤੂੰ ਇਸ ਕਾਮ ਦੇ ਵਿੱਚ ਫਸਿਆ ਹੋਇਆ ਤੇ ਤੂੰ ਉਸ ਗਰਕ ਜਿਹੇ ਕਾਮ ਤੋਂ ਬਚ ਹੀ ਨਹੀਂ ਸਕਦਾ। ਕੌਣ ਬਚਾ ਲੂਗਾ ਜੀ? ਕਹਿੰਦੇ ਫਿਰ ਮਿਲਣ ਦੀ ਇੱਛਾ ਹੋਈ, ਬਾਰ-ਬਾਰ ਵੇਖਿਆ, ਜਿਹਨੂੰ ਵੇਖੀ ਜਾਂਦਾ ਉਹੀ ਸੋਹਣਾ ਲੱਗੀ ਜਾਂਦਾ, ਉਹੀ ਉਹ ਪਸੰਦ ਹੈ, ਉਹੀ ਚਿਹਰਾ ਹਰ ਥਾਂ ਦਿਸਦਾ, ਉਹੀ ਚਿਹਰਾ, ਉਹੀ ਆਵਾਜ਼ ਹਰ ਥਾਂ ਤੇ ਨਜ਼ਰ ਆਉਂਦੀ ਹੈ, ਉਹੀ ਅੰਦਾਜ਼ ਦਿਸਦਾ ਹੈ। ਕਹਿੰਦੇ ਇਹ ਵੀ ਕਾਮ ਦਾ ਵੱਡਾ ਰੂਪ ਹੈ। ਛਠੇ ਅਲਿੰਗਣ ਕਰਹਿ ਸੋ। ਕਹਿੰਦੇ ਫੇਰ ਜਿਸ ਤੋਂ ਪ੍ਰਭਾਵਿਤ ਹੋਇਆ, ਅਲਿੰਗਨ ਨਾਮ ਹੈ, ਗਲਵੱਕੜੀ ਪਾਉਣੀ ਜਾਂ ਉਹਨੂੰ ਛੋਹਣਾ। ਕਹਿੰਦੇ ਇਸ ਅਵਸਥਾ ਦੇ ਵਿੱਚ ਹਰ ਮਨੁੱਖ ਆ ਰਿਹਾ ਹੈ। ਇੱਥੇ ਉਮਰਾਂ ਮੈਟਰ ਨਹੀਂ ਕਰਦੀਆਂ, ਕਾਮ ਦੀ ਕੋਈ ਉਮਰ ਨਹੀਂ ਹੈ। ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 405 ਚਰਿੱਤਰਾਂ ਦਾ ਜ਼ਿਕਰ ਕੀਤਾ ਹੋਇਆ ਹੈ, ਜਿਹਦੇ ਬਾਰੇ ਅੱਜ ਬੋਲਦੇ ਫਿਰਦੇ ਨਾ ਲੋਕੀ, ਮਰਜ ਨੇ ਆਏ ਕਿਉਂ ਲਿਖਤਾ? ਗੁਰੂ ਸਾਹਿਬ ਨੇ ਸ਼ੀਸ਼ਾ ਵਿਖਾਇਆ ਵੀ ਭਾਈ ਸਮਾਜ 'ਚ ਕੁਝ ਚੱਲਦਾ ਵੇਖ ਲਓ ਬੱਚਿਓ। ਅੱਜ ਸਾਡੇ ਸਕੂਲਾਂ 'ਚ ਐਜੂਕੇਸ਼ਨ ਨਹੀਂ ਹੈ। ਇਹ ਬੱਚਿਆਂ ਨੂੰ ਸਿਖਾਇਆ ਜਾਂਦਾ ਗੁੱਡ ਟੱਚ ਕੀ ਹੈ ਤੇ ਬੈਡ ਟੱਚ ਕੀ, ਕਾਹਦੇ ਲਈ? ਤਾਂ ਜੋ ਇਹਨਾਂ ਬੱਚਿਆਂ ਨੂੰ ਪਤਾ ਹੋਵੇ ਚੰਗਾ ਮਾੜਾ ਸਾਡੇ ਨਾਲ ਕੀ ਹੋ ਰਿਹਾ, ਅਵੇਅਰਨੈਸ। ਤੇ ਬਾਜਾਂ ਵਾਲੇ ਸਤਿਗੁਰਾਂ ਤੋਂ ਵੱਧ ਜਾਗਰੂਕ ਕੌਣ ਕਰ ਸਕਦਾ ਹੈ? ਆਪਣੇ ਪਿਆਰੇ ਸਿੱਖ ਨੂੰ 365 ਚਰਿੱਤਰਾਂ ਦੇ ਨਾਲ 405 ਦੱਸ ਦਿੱਤੇ। ਸਿੱਖੋ ਇਹਨੂੰ ਪੜ੍ਹ ਕੇ ਵਿਕਾਰ ਨਹੀਂ ਕਰਨੇ, ਬਚਣਾ ਹੈ। ਇਹ ਮਾਇਆ ਕਿਸੇ ਰੂਪ ਵਿੱਚ ਕਿਸੇ ਥਾਂ ਤੇ ਤੈਨੂੰ ਛੱਡ ਸਕਦੀ ਹੈ। ਇਹ ਮਾਇਆ ਦਾ ਰੂਪ ਹੈ। ਕਹਿੰਦੇ ਸਪਰਸ਼ਤਾ ਕਰਨੀ, ਉਹਨੂੰ ਮੁੱਖ ਨਾਲ ਚੁੰਮਣਾ, ਇਹ ਕਾਮ ਦੀ ਅਵਸਥਾ ਹੈ। ਕਿਉਂ ਪੈਦਾ ਹੋਇਆ? ਪਹਿਲਾਂ ਗੱਲਾਂ ਸੁਣੀਆਂ, ਫਿਰ ਬੋਲੀਆਂ, ਮਿਲਣ ਦੀ ਇੱਛਾ ਜ਼ਾਹਰ ਹੋਈ, ਸਰੀਰ ਨੂੰ ਸਪਰਸ਼ ਕੀਤਾ। ਹੁਣ ਇਹ ਤੋਂ ਅੱਗੇ ਇਹ ਅਵਸਥਾ ਆ ਗਈ ਹੈ। ਕਹਿੰਦੇ 8 ਪ੍ਰਕਾਰ ਦਾ ਕਾਮ ਹਰ ਨਰ ਤੇ ਨਾਰੀ ਦੇ ਸਿਰ ਤੇ ਚੜ ਚੜ ਕੂਕਦਾ ਏ। ਸਪਤ ਚਿਤ ਬਨੋ ਮਨ ਮਹਿ ਨਾਰੀ। ਸਤਵਾ ਕਹਿੰਦੇ ਹਰ ਵੇਲੇ ਉਸ ਔਰਤ ਬਾਰੇ ਸੋਚੀ ਜਾਣਾ। ਸਾਧੂ ਨੂੰ ਸ਼ੋਭਾ ਨਹੀਂ ਦਿੰਦਾ, ਰੱਬ ਦੇ ਪਿਆਰੇ ਨੂੰ ਸ਼ੋਭਾ ਨਹੀਂ ਦਿੰਦਾ। ਸੁਭਾਵਿਕ ਗੱਲ ਹੈ, ਤੁਸੀਂ ਜਿਹਨੂੰ ਪਿਆਰ ਕਰੋਗੇ, ਜਿਹਦੇ ਬਾਰੇ ਤੁਸੀਂ ਚਾਹੁੰਦੇ ਹੋ, ਮਰਦ ਹੋਵੇ ਔਰਤ ਹੋਵੇ, ਬੱਚਾ ਹੋਵੇ ਬੱਚੀ ਹੋਵੇ, ਸੁੱਤਿਆਂ ਉੱਠਦਿਆਂ ਬਹਿੰਦਿਆਂ ਜਾਗਦਿਆਂ ਤੁਹਾਨੂੰ ਰੱਬ ਵਾਂਗ ਯਾਦ ਆਏਗਾ। ਜੇ ਇਹ ਅਵਸਥਾ ਕਿਤੇ ਰੱਬ ਵਾਲੇ ਪਾਸੇ ਹੁੰਦੀ, ਹੋ ਸਕਦੀ ਸੀ ਨਾ। ਜੇ ਇੱਕ ਮਰਦ ਨੂੰ ਇੱਕ ਔਰਤ ਹਰ ਵੇਲੇ ਚੇਤੇ ਆਉਂਦੀ, ਉਹ ਕੁਝ ਖਾਵੇ ਕੁਝ ਪੀਵੇ, ਉਹਨੂੰ ਚੇਤੇ ਆਉਂਦਾ ਮੇਰਾ ਸੱਜਣ ਪਿਆਸਾ ਹੈ, ਭੁੱਖਾ ਹੋਣਾ, ਰੋਟੀ ਖਾਧੀ ਕਿ ਨਹੀਂ ਖਾਧੀ। ਜੇ ਇਹੀ ਆਸ਼ਕੀ ਰੱਬ ਨਾਲ ਲੱਗ ਜੇ ਤੇ ਫਿਰ ਭਗਤ ਧੰਨੇ ਵਾਲੀ ਅਵਸਥਾ ਹੋ ਜਾਣੀ ਹੈ। ਰੱਬਾ ਜੇ ਪੱਥਰ ਭੋਜਨ ਨਹੀਂ ਖਾਂਦੇ ਤੇ ਪੱਥਰ ਬੋਲਦੇ ਵੀ ਹੁੰਦੇ ਨਹੀਂ, ਆ ਜਾ ਸਿੱਧਾ ਹੋ ਕੇ, ਕਿਉਂਕਿ ਉਹਨੇ ਹਰ ਵੇਲੇ ਚੇਤੇ ਕੀਤਾ, ਹਰ ਵੇਲੇ ਚਿਤਾਰਿਆ। ਤਾਂ ਹੀ ਸਤਿਗੁਰ ਕਹਿੰਦੇ ਆ ਨਾ, ਹਰ ਪਲ ਚੇਤੇ ਕਰਿਆ ਕਰੋ ਉਸ ਪਰਮਾਤਮਾ ਨੂੰ, ਉਹਦੀ ਯਾਦ ਤੋਂ ਦੂਰ ਨਾ ਰਹਿ। ਜਿੱਦਣ ਉਹ ਪਿਆਰਾ ਲੱਗਿਆ ਉਹ ਹਰ ਵੇਲੇ ਯਾਦ ਹੋਵੇ। ਜਿੱਥੇ ਧੀ ਪੋਤੀ ਯਾਦ ਆਈ ਜਾਂਦੇ ਆ, ਮਿੱਤਰ ਦੋਸਤੀ ਯਾਦ ਆਉਂਦੇ ਆ, ਸੌਂਦਿਆਂ ਉੱਠਦਿਆਂ ਬਹਿੰਦਿਆਂ ਜਾਗਦਿਆਂ। ਪਰ ਜਿਨ੍ਹਾਂ ਦੀ ਆਸ਼ਕੀ ਰੱਬ ਨਾਲ ਹੋਈ, ਪਰਮਾਤਮਾ ਨਾਲ ਹੋਈ, ਅੱਠੇ ਪੈਰ ਸਵਾਸ ਸਵਾਸ ਉਹਨੂੰ ਚੇਤੇ ਕਰਦੇ ਆ। ਜਿਵੇਂ ਇੱਕ ਮਰਦ ਇੱਕ ਔਰਤ ਨੂੰ ਹਰ ਵੇਲੇ ਯਾਦ ਕਰਦਾ ਹੈ, ਹਰ ਵੇਲੇ। ਉਹ ਬੋਲ ਕੇ ਕਹੇ ਨਾ ਕਹੇ, ਕਹਿੰਦੇ ਇਹ ਸਤਵਾਂ ਕਾਮ ਦਾ ਰੂਪ ਹੈ, ਜੋ ਹਰ ਮਨੁੱਖ ਦੇ ਸਰੀਰ ਉੱਤੇ, ਮਨ ਉੱਤੇ ਸਦਾ ਭਾਰੂ ਰਹਿੰਦਾ ਏ। ਅਸ਼ਟਮ ਭੋਗ ਕਰਨ ਬਿਦ ਸਾਰੀ। ਹੁਣ 8ਵਾਂ ਕਾਮ ਦਾ ਰੂਪ ਹੈ ਭੋਗ ਕਰਨਾ, ਸੰਬੰਧ ਬਣਾਉਣਾ। ਸਾਨੂੰ ਸਿਰਫ ਇੰਨਾ ਹੀ ਪਤਾ ਵੀ ਕਾਮ ਕਹਿੰਦੇ ਆ ਰਿਲੇਸ਼ਨਸ਼ਿਪ ਨੂੰ, ਕਾਮ ਕਹਿੰਦੇ ਆ ਜੀ ਆਪਸੀ ਮਿਲਨ ਨੂੰ। ਪਰ ਗੁਰੂ ਸਾਹਿਬ ਕਹਿੰਦੇ 7 ਪ੍ਰਕਾਰ ਦੇ ਕਾਮ ਤੋਂ ਹਰ ਬੰਦਾ ਅਣਜਾਣ ਹੈ। ਜਿੱਦਣ ਕੋਈ ਜਾਣੇਗਾ ਉਦਣ ਸਮਝ ਆਜੂ, ਇਹਨਾਂ ਚੀਜ਼ਾਂ ਤੋਂ ਜੇ ਮੈਂ ਬਚੂੰਗਾ ਮੇਰੀ ਭਗਤੀ ਨਾਲ ਪ੍ਰੀਤ ਤਾਂ ਬਣਨੀ ਹੈ। ਹੁਣ ਅਸੀਂ ਆਖੀਏ ਜੀ ਅਸੀਂ ਜਤੀ ਹਾਂ, ਅਸੀਂ ਸਤੀ ਹਾਂ। ਫਿਰ ਮਹਾਰਾਜ ਨੇ ਸਪਸ਼ਟ ਲਿਖਤਾ, ਕਹਿੰਦੇ ਜਤ ਸਤ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸ਼ਰਮਾ। ਦੁਨਿਆਵੀ ਤੌਰ ਤੇ ਕੋਈ ਜਤੀ ਹੋ ਸਕਦਾ ਹੈ। ਕਹਿੰਦੇ ਜਤੀ ਕਿਹਨੂੰ ਕਹਿੰਦੇ ਆ? ਜਿਹਨੇ ਆਪਣਾ ਬਿੰਦ ਆਪਣਾ ਬੀਰਜ ਕਦੇ ਨਹੀਂ ਵਹਾਇਆ। ਫਿਰ ਗੁਰਬਾਣੀ ਨੇ ਉੱਥੇ ਵੀ ਚਪੇੜਾਂ ਮਾਰੀਆਂ। ਕਹਿੰਦੇ ਭਾਈ ਜੇ ਇਹੀ ਗੱਲ ਆ ਨਾ, ਜਤੀ ਹੋ ਕੇ ਰੱਬ ਮਿਲਦਾ ਹੈ, ਬਿੰਦ ਰਾਖ ਕਿਉਂ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਹਿੰਦੇ ਜੇ ਬਿੰਦ ਰੋਕਿਆਂ ਤੋਂ ਕੋਈ ਜਤੀ ਹੁੰਦਾ ਨਾ,
ਫਿਰ ਖੁਸਰਿਆਂ ਦਾ ਜਨਮ ਨਹੀਂ ਸੀ ਹੋਣਾ, ਜੀਵਨ ਮੁਕਤ ਹੁੰਦੇ ਰੱਬ ਮਿਲ ਜਾਂਦਾ, ਕਿਉਂਕਿ ਉਹਨਾਂ ਦੇ ਜਿਸਮ 'ਚੋਂ ਬਿੰਦ ਨਹੀਂ ਬਹਿੰਦਾ, ਉਹ ਨਹੀਂ ਬਹਾ ਰਹੇ ਮਰਦ ਔਰਤ ਵਾਂਗੂ। ਖੁਸਰੇ ਕਿਉਂ ਨਾ ਪਰਮਗਤ ਪਾਈ, ਪਰਮਗਤ ਨਾਮ ਹੈ ਮੁਕਤੀ ਦਾ। ਗੁਰਬਾਣੀ ਕਿੰਨਾ ਕੁਝ ਦੱਸਦੀ, ਅਸੀਂ ਪੜ੍ਹਨਾ ਹੀ ਨਹੀਂ ਚਾਹੁੰਦੇ, ਸੁਣਨਾ ਹੀ ਨਹੀਂ ਚਾਹੁੰਦੇ। ਅਸੀਂ ਤੇ ਇੱਥੇ ਖੜੇ ਆ, ਅੰਮ੍ਰਿਤ ਛਕ ਲੈਣਾ ਚਾਹੀਦਾ ਕਿ ਨਹੀਂ? ਨਾਮ ਕਿਵੇਂ ਜਪੀਏ ਬਾਬਾ ਜੀ, ਮਨ ਨਹੀਂ ਲੱਗਦਾ। ਇੱਥੇ ਖੜੀ ਸਾਡੀ ਕੌਮ, ਇਹ ਪੁੱਛਣ ਦੀ ਲੋੜ ਥੋੜੀ ਹੈ। ਆਹ ਚੀਜ਼ਾਂ ਪੜ੍ਹੀਏ, ਆਹ ਚੀਜ਼ਾਂ ਜਾਣੀਏ। ਮਰਦ ਕਹਿੰਦੇ 8ਵਾਂ ਹੈ ਭੋਗ ਕਰਨਾ, ਸੰਬੰਧ ਬਣਾਉਣਾ। ਇਹ ਤੇ ਸਭ ਤੋਂ ਬਾਅਦ ਦੀ ਗੱਲ ਹੈ, ਜਿਹਨੂੰ ਅਸੀਂ ਕਾਮ ਮੰਨਦੇ ਹਾਂ। ਮਰਦ ਕਹਿੰਦੇ 7 ਪ੍ਰਕਾਰ ਦਾ ਕਾਮ ਹਰ ਬੰਦੇ ਦੇ ਸਿਰ ਚੜ੍ਹਦਾ ਹੋਏ ਤੇ ਬੋਲਦਾ ਏ, ਜੀ ਤੋਂ ਮਨੁੱਖ ਖੁਦ ਕਰਕੇ ਵੀ ਅਣਜਾਣ ਹੋਇਆ ਫਿਰਦਾ ਏ। ਇਨ ਸਭ ਹਿਨ ਕੋ ਤਿਆਗੇ ਜੇਈ। ਕਹਿੰਦੇ ਜਿਹੜਾ ਇਹਨਾਂ ਸਾਰਿਆਂ ਨੂੰ ਤਿਆਗ ਦਿੰਦਾ ਹੈ, ਇਹ ਬਹੁਤ ਔਖਾ ਕੰਮ ਹੈ। ਕਾਮ ਔਖਾ ਕਿਉਂ ਹੈ? ਜਤੀ ਰਹਿਣਾ ਕੋਈ ਵੱਡੀ ਗੱਲ ਹੈ? ਵੱਡੇ ਵੱਡੇ ਹੋਏ ਇੱਥੇ 9 ਜਤੀ ਹੋਏ ਆ, ਅੱਜ ਵੀ ਬੜੇ ਤੁਹਾਨੂੰ ਮਿਲ ਜਾਣਗੇ ਜਤ ਸਤ ਰੱਖਣ ਵਾਲੇ। ਸਰੀਰਕ ਤੌਰ ਤੇ ਬਾਣੀ ਨੇ ਸਪਸ਼ਟ ਹੀ ਕਹਿ ਦਿੱਤਾ ਜਪਜੀ ਸਾਹਿਬ ਦੇ ਵਿੱਚ ਹੀ, ਕਹਿੰਦੇ ਚੁੱਪ ਹੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਤੂੰ ਆਖੇ ਮੈਂ ਮੌਨ ਰੱਖ ਕੇ ਬੈਠਾ, ਮਰਦ ਕਹਿੰਦੇ ਮਨ ਤੇ ਤੇਰਾ ਬੋਲੀ ਜਾਂਦਾ ਹੈ। ਸੋਚਿਆ ਸੋਚ ਨਾ ਹੋਵਈ ਜੇ ਲਾਏ ਰਹਾ ਲਿਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਕਹਿੰਦੇ ਤੂੰ ਰੋਟੀ ਖਾਣੀ ਬੰਦ ਕਰਤੀ, ਆਖਿਆ ਜੀ ਮੈਂ ਵਰਤ ਰੱਖਿਆ ਹੋਇਆ ਰੋਟੀ ਨਹੀਂ ਖਾਣੀ। ਸਤਿਗੁਰ ਕਹਿੰਦੇ ਮਨ ਤੇ ਚੋਲਿਆਂ ਵੱਲ ਉੱਡਿਆ ਫਿਰਦਾ ਹੈ, ਇਹ ਤੇ ਪੁਰੀਆਂ ਦੇ ਭਾਰ ਬੰਨਦਾ ਫਿਰਦਾ, ਇਕੱਲਾ ਰੋਟੀ ਦਾ ਥੋੜੀ। ਇੱਥੋਂ ਇੰਨੇ ਪੈਸੇ ਆ ਜਾਣਾ, ਇੱਥੋਂ ਆਹ ਇਕੱਠਾ ਹੋ ਜੇ, ਆਹ ਹੋ ਜੇ। ਕਹਿੰਦੀ ਤੁਰਿਆ ਫਿਰਦਾ, ਤੂੰ ਨਹਾਉਣ ਦੀਆਂ ਗੱਲਾਂ ਕਰਦਾ, ਮਨ ਤੇ ਤੇਰਾ ਅਜੇ ਵੀ ਮੈਲ ਹੈ। ਬਾਹਰੋਂ ਨਹਾਉਂਦਾ ਫਿਰਦਾ, ਕਹਿੰਦਾ ਹੱਥ ਨਾ ਲਾਇਓ ਝੂਠਾ ਹੋ ਜਾਊਗਾ। ਮਨ ਤੇ ਮਨ ਕਾ ਝੂਠਾ ਝੂਠ ਕਮਾਵੇ। ਮਨ ਦਾ ਝੂਠਾ ਤੇ ਬੰਦਾ ਹਰ ਵੇਲੇ ਝੂਠ ਕਮਾਉਣ ਲੱਗਾ ਹੋਇਆ, ਹਰ ਵੇਲੇ ਬੁਰਾ ਸੋਚਦਾ, ਤੇ ਬਾਹਰੋਂ ਨਹਾਇਆ ਕੀ ਹੋ ਜਾਊਗਾ? ਜੇ ਇਕੱਲੇ ਨਹਾਇਆ ਕੰਮ ਬਣਦਾ ਹੋਵੇ, ਸਾਹਿਬ ਕਹਿੰਦੇ ਫਿਰ ਡੱਡੂ ਤੇ ਮੱਛੀਆਂ ਪਾਣੀ 'ਚ ਹੀ ਰਹਿੰਦੀਆਂ ਨੇ। ਜੇ ਨੰਗਿਆਂ ਬਣ ਕੇ ਕਿਤੇ ਨੰਗੇ ਰਹਿ ਕੇ ਰੱਬ ਮਿਲਦਾ ਹੁੰਦਾ, ਜਿਵੇਂ ਸਾਧ ਬਣ ਕੇ ਤੁਰਦੇ ਆ, ਕਹਿੰਦੇ ਫਿਰ ਆ ਜਾਨਵਰਾਂ ਨੇ ਕਿਹੜੇ ਕੱਪੜੇ ਪਾਏ ਹੋਏ, ਇਹਨਾਂ ਨੂੰ ਰੱਬ ਕਿਉਂ ਨਹੀਂ ਮਿਲਿਆ? ਕਿਉਂ ਨਹੀਂ ਮਿਲਿਆ? ਜੇ ਮਾਸਾਹਾਰੀ ਹੋ ਕੇ ਰੱਬ ਮਿਲਦਾ ਤੇ ਸ਼ੇਰਾਂ ਨੂੰ ਮਿਲਦਾ, ਸ਼ਾਕਾਹਾਰੀ ਹੋ ਕੇ ਮਿਲਦਾ ਗਾਵਾਂ ਮੱਝਾਂ ਤੇ ਵੱਛੀਆਂ ਨੂੰ ਮਿਲਦਾ। ਉਹ ਮਿਲਦਾ ਪ੍ਰੇਮ ਵਾਲਿਆਂ ਨੂੰ, ਜਿਹਨੇ ਆਪਾ ਸੁਧਾਰਿਆ। ਪ੍ਰੇਮ ਕੌਣ ਕਰੂ? ਜਿਹੜਾ ਦੁਨਿਆਵੀ ਚੀਜ਼ਾਂ ਛੱਡ ਦੇਗਾ। ਛੱਡੂ ਕਿਵੇਂ? ਉਹਦੀ ਦਇਆ ਨਾਲ, ਉਹਦੇ ਤਰਸ ਨਾਲ। ਸਤਿਗੁਰ ਕਹਿੰਦੇ ਇੱਕ ਸਾਧੂ ਨੂੰ, ਇੱਕ ਤਪਸਵੀ ਨੂੰ, ਰੱਬ ਦੇ ਪਿਆਰੇ ਨੂੰ ਇਹ ਔਗਣ ਛੱਡਣੇ ਪੈਣੇ ਨੇ। ਬ੍ਰਹਮਚਰਜ ਧਾਰਤ ਹੈ ਤੇਈ। ਭਾਈ ਜਿਹੜੇ ਜਿਹੜੇ ਬ੍ਰਹਮਚਰਜ ਨੂੰ ਧਾਰਨ ਕਰਦੇ ਆ, ਉਹ ਸਦਾ ਮਹਾਨ ਹਨ, ਸਦਾ ਮਹਾਨ। ਬ੍ਰਹਮਚਰਜ ਇਹਨਾਂ 8 ਚੀਜ਼ਾਂ ਨੂੰ ਇਕੱਠਿਆਂ ਕਰਕੇ ਕਹਿੰਦੇ, ਬੜੀ ਵਾਰ ਤੁਸੀਂ ਸੁਣਿਆ ਹੋਣਾ, ਬ੍ਰਹਮਚਾਰੀ ਬ੍ਰਹਮਚਰਜ। ਤੇ ਬੜੇ ਪੁੱਛਦੇ ਭਾਈ ਸਾਹਿਬ ਬ੍ਰਹਮਚਰਜ ਕੀ ਹੁੰਦਾ ਹੈ? ਬ੍ਰਹਮਚਰਜ ਕੀ ਹੁੰਦਾ ਹੈ? ਭਾਈ 8 ਪ੍ਰਕਾਰ ਦੇ ਕਾਮ ਨੂੰ ਬ੍ਰਹਮਚਰਜ ਕਹਿੰਦੇ ਆ। ਗੁਰਬਾਣੀ 'ਚ ਤੁਹਾਨੂੰ ਇਹ ਸ਼ਬਦ ਜਦੋਂ ਸਹਿਜ ਪਾਠ ਕਰਦੇ ਹੋ ਬੜੀ ਵਾਰ ਮਿਲਣਾ, ਬ੍ਰਹਮਚਰਜ, ਬ੍ਰਹਮਚਰਜ, ਬ੍ਰਹਮਚਾਰੀ, ਬ੍ਰਹਮ। ਕਿਤੇ ਨਾ ਕਿਤੇ ਇਹਨਾਂ ਦਾ ਸੰਬੰਧ ਇੱਥੇ ਜੁੜਿਆ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਰਾਜਨ ਅੱਖ, ਨੱਕ, ਕੰਨ, ਜੀਭ, ਚਮੜੀ, ਇਹਨਾਂ ਨੂੰ 8 ਤਰ੍ਹਾਂ ਦੇ ਵਿਕਾਰਾਂ ਤੋਂ ਬਚਾਈ, ਜਿਹੜੇ ਕਾਮ ਦਾ ਰੂਪ ਹਨ। ਤੂੰ ਬ੍ਰਹਮਚਾਰੀ ਹੋਏਗਾ, ਬ੍ਰਹਮਚਰਜ ਹੋਏਗਾ। ਬਾਹਰੋਂ ਆਖੇ ਮੈਂ ਜਤੀਆਂ ਤੇ ਮਨ ਤੇਰਾ ਸੁਪਨੇ ਲੈਂਦਾ ਫਿਰਦਾ, ਮਨ ਤੇਰਾ ਸੋਚਦਾ, ਮਨ ਤੇਰਾ ਖਿਆਲ ਕਰਦਾ, ਮਨ ਤੇਰੇ ਨੂੰ ਚਿਹਰੇ ਚੰਗੇ ਲੱਗਦੇ ਆ, ਮਤਲਬ ਅਜੇ ਤੈਨੂੰ ਰੱਬ ਨਹੀਂ ਮਿਲਿਆ। ਰੱਬ ਤੋਂ ਕੋਹਾ ਦੂਰ ਹੈ। ਜਦੋਂ ਸਤਿਗੁਰਾਂ ਦੇ ਬਚਨ ਸੁਣੇ, ਰਾਜੇ ਦੀਆਂ ਅੱਖਾਂ 'ਚੋਂ ਛਮ ਛਮ ਨੀਰ ਵਗਦਾ। ਮਨਾ ਮੇਰਿਆ, ਤੂੰ ਤੇ ਧਰਮੀ ਹੋ ਕੇ ਵੀ ਇਹਨਾਂ ਪਾਪਾਂ ਤੋਂ ਅਣਜਾਣ ਸੀ। ਆਖੋ ਸਤਨਾਮ। ਕਹਿੰਦਾ ਪਾਤਸ਼ਾਹ ਕਿਰਪਾ ਕਰੋ। ਸਤਿਗੁਰ ਕਹਿੰਦੇ ਬ੍ਰਹਮਚਰਜ ਰੱਖਿਆ ਕਰ। ਮੇਰੇ ਪਿਆਰੇ ਰੱਖਦੇ ਆ, ਮੇਰੇ ਸਿੱਖ ਰੱਖਦੇ ਆ। ਸੋ ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸਾਹਿਬ ਜੀ ਇਹ ਬੜਾ ਪਿਆਰਾ ਪਿਆਰਾ ਉਪਦੇਸ਼ ਬਖਸ਼ਿਸ਼ ਕਰਨਗੇ, ਇਹ ਜੀਵਨ ਦੀਆਂ ਮੁੱਢਲੀਆਂ ਗੱਲਾਂ ਨੇ, ਸੋਹਣੀਆਂ ਗੱਲਾਂ ਨੇ। ਸਤਿਗੁਰ ਕਿਰਪਾ ਕਰਨ ਕਿਤੇ ਇੱਕ ਕਿਣਕਾ ਵੀ ਅੰਦਰ ਵਸ ਜੇ ਤੇ ਜੀਵਨ ਦਾ ਉਧਾਰ ਹੋ ਜੇ।